वाहिगुरु जी का खालसा वाहिगुरु जी की फतेह जी। सारे वीरां भैणां नूं स्वागत है जी आप सारिਆਂ ਦਾ इस लाइव ऑनलाइन क्लास विच। जिवें कि आप जी नूं पता है असीं सारे ही वीर भैणां मिल के जपजी साहिब जी दी विचार साझी कर रहे हां। कल तक असीं 13 पौड़ियां दी विचार साझी कर चुके हां। अज असीं 14वीं और 15वीं पौड़ी दी विचार साझी करांगे। जपजी साहिब जी का जो विषय वस्तु है वह है किव सचियारा हुई है किव कूड़े टुटे पाल। कि असीं सचियार किवें होना है, मन बचन कर्म करके, और साडी जो कूड़ दी दीवार है साडे और रब दे विच मनुखता दे विच, वो कूड़ दी जो दीवार है वो किवें खत्म होवे, असीं रब रूप किवें होवीए, एक बूंद सागर किवें बन जाए। और ये संभावना हर इंसान दे अंदर है, क्योंकि हर इंसान ही रब दा रूप है। मन तू जोत स्वरूप है, अपना मूल पछाण, केवल मूल नूं पछाणन दी लोड़ है। जिवें एक निक्का जिहा गड़ा समुंदर दे किनारे दे उत्ते पिया होया समुंदर तो वखरा रहिंदा है, पर जदों उहनूं सूरज दा चानना मिलदा है ना, किरण पैंदी है, सूरज दी गर्मी पैंदी है, ते वो गल जांदा है, ढल जांदा है। ते जदों वो गल जांदा है ਤਾਂ ਉਦੋਂ ਉਹ ਰਿੜ ਕੇ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ, ਪਾਣੀ ਪਾਣੀ ਵਿੱਚ ਮਿਲ ਕੇ ਸਮੁੰਦਰ ਬਣ ਜਾਂਦਾ ਹੈ। ਉਦੋਂ ਤੱਕ ਵੱਖਰਾ ਹੈ ਜਦੋਂ ਤੱਕ ਉਹਨੂੰ ਸੂਰਜ ਦੀ ਕਿਰਨ ਨਹੀਂ ਮਿਲੀ, ਗਲਿਆ ਨਹੀਂ। ਇਸੇ ਤਰ੍ਹਾਂ ਅਸੀਂ ਰੱਬ ਦਾ ਹੀ ਰੂਪ ਹਾਂ, ਪਰ ਜਿਵੇਂ ਗੜਾ ਵੱਖਰਾ ਰਹੀ ਜਾਂਦਾ ਹੈ ਉਵੇਂ ਅਸੀਂ ਆਪਣੀ ਈਗੋ ਜਾਂ ਹਉਮੈ ਕਰਕੇ ਪ੍ਰਭੂ ਤੋਂ ਸਾਡੀ ਦੂਰੀ ਬਣੀ ਰਹਿੰਦੀ ਹੈ। ਜਦੋਂ ਗੁਰੂ ਦੇ ਸ਼ਬਦ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਿੱਘ ਸਾਨੂੰ ਮਿਲਦਾ ਹੈ, ਸਾਡੀ ਈਗੋ ਖਤਮ ਹੁੰਦੀ ਹੈ ਤੇ ਅਸੀਂ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦੇ ਹਾਂ। ਭਗਤ ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ, ਓਰਾ ਗਰ ਪਾਣੀ ਪਿਆ ਜਾਏ ਮਿਲਿਓ ਢਲ ਕੂਲ। ਤਾਂ ਗੁਰਦੇਵ ਪਾਤਸ਼ਾਹ ਨੇ ਪ੍ਰਭੂ ਦੇ ਅੰਦਰ ਮਿਲਣ ਦਾ ਜਾਂ ਸਚਿਆਰ ਹੋਣ ਦਾ ਜੋ ਸਾਧਨ ਦੱਸਿਆ ਹੈ ਉਹ ਇੱਕ ਹੀ ਹੈ, ਤੇ ਉਹ ਸਾਧਨ ਇਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਰਜ਼ਾ ਦੇ ਅੰਦਰ ਤੁਰਨਾ, ਭਾਣੇ ਵਿੱਚ ਤੁਰਨਾ, ਸਿਸਟਮ ਦੇ ਅੰਦਰ ਰਹਿਣਾ, ਲਾ ਆਫ ਨੇਚਰ ਨੂੰ ਸਮਝ ਕੇ ਉਸ ਮੁਤਾਬਕ ਜ਼ਿੰਦਗੀ ਜੀਣੀ। ਜਦ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ ਤਦ ਤੋਂ ਹੀ ਇਹ ਨੇਮ ਵੀ ਪੱਕਾ ਹੈ, ਔਰ ਪੂਰੀ ਕਾਇਨਾਤ ਕਿਸੇ ਇੱਕ ਸਿਸਟਮ ਦੇ ਅੰਦਰ ਕੰਮ ਕਰ ਰਹੀ ਹੈ। ਹੁਣ ਆਓ ਅਗਲੀ ਵਿਚਾਰ ਅਸੀਂ ਸਾਂਝੀ ਕਰੀਏ। ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਮੰਨੈ ਮਾਰਗ ਠਾਕ ਨਾ ਪਾਏ। ਕੱਲ ਅਸੀਂ ਵਿਚਾਰਿਆ ਸੀ ਕਿ ਜੋ ਗੁਰੂ ਜੀ ਦੀ ਗੱਲ ਨੂੰ ਮੰਨ ਲੈਂਦਾ ਹੈ, ਰੱਬੀ ਰਜ਼ਾ ਦੇ ਅੰਦਰ ਜੋ ਤੁਰਦਾ ਹੈ, ਗੁਰੂ ਦੀ ਸਿੱਖਿਆ ਦਾ ਮਨਨ ਕਰਦਾ ਹੈ, ਅਮਲ ਕਰਦਾ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਅਸੀਂ ਗੁਣ ਪੜ੍ਹੇ ਔਰ ਸੁਣੇ ਨੇ, ਜੋ ਉਹਨਾਂ ਨੂੰ ਇੰਪਲੀਮੈਂਟ ਕਰਦਾ ਹੈ ਜ਼ਿੰਦਗੀ ਵਿੱਚ, ਉਹਦੀ ਉੱਚੀ ਸੋਚ ਬਣ ਜਾਂਦੀ ਹੈ। ਉਹ ਇੱਕ ਮਹਾਨ ਵੱਡੀ ਸ਼ਖਸੀਅਤ ਹੋ ਜਾਂਦਾ ਹੈ, ਤੇ ਉਹਦੀ ਸ਼ਖਸੀਅਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇੰਨਾ ਉੱਚਾ ਔਰ ਇੰਨਾ ਉਹ ਮਹਾਨ ਇਨਸਾਨ ਬਣ ਜਾਂਦਾ ਹੈ। ਜੇ ਕੋਈ ਉਹਦੀ ਉੱਚੀ ਸ਼ਖਸੀਅਤ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਸਨੂੰ ਪਛਤਾਉਣਾ ਪੈਂਦਾ ਹੈ, ਔਰ ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਇਹ ਵਿਚਾਰ ਕੱਲ ਅਸਾਂ ਖੁੱਲ੍ਹ ਕੇ ਕੀਤੀ ਸੀ ਕਿ ਸੱਚ ਬੋਲਣ ਦਾ ਕੀ ਆਨੰਦ ਹੈ, ਉਹ ਹੀ ਮਾਣ ਸਕਦਾ ਹੈ ਜੋ ਸੱਚ ਬੋਲ ਰਿਹਾ ਹੈ। ਪ੍ਰੇਮ ਦਾ ਕੀ ਆਨੰਦ ਹੈ, ਉਹੀ ਮਨੁੱਖ ਮਾਣ ਸਕਦਾ ਹੈ ਜੋ ਪ੍ਰੇਮ ਕਰ ਰਿਹਾ ਹੈ। ਜਿਸ ਨੇ ਕਦੇ ਪ੍ਰੇਮ ਕੀਤਾ ਨਹੀਂ ਪ੍ਰਭੂ ਨਾਲ, ਗੁਰੂ ਨਾਲ, ਮਨੁੱਖਤਾ ਨਾਲ, ਉਹ ਇਹਦਾ ਆਨੰਦ ਮਾਣ ਨਹੀਂ ਪਾਏਗਾ। ਹੁਣ ਗੁਰੂ ਜੀ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਲੱਗੀ ਹੈ, ਜਿਸ ਦਾ ਮਤਲਬ ਮਾਰਗ ਵਿੱਚ, ਰਾਸਤੇ ਵਿੱਚ। ਜੇ ਮਾਰਗ ਦੇ ਗੱਗੇ ਥੱਲੇ ਔਂਕੜ ਹੁੰਦਾ ਤਾਂ ਇੱਕ ਮਾਰਗ ਦੀ ਗੱਲ ਹੋਣੀ ਸੀ, ਪਰ ਇਹਦਾ ਅਰਥ ਸਪਸ਼ਟ ਹੋ ਜਾਏਗਾ ਮਾਰਗ ਵਿੱਚ। ਮੰਨੈ ਦਾ ਮਤਲਬ ਮਨਨ ਕਰਕੇ। ਜੇ ਕੋਈ ਗੁਰੂ ਦੇ ਬਚਨਾਂ ਨੂੰ ਮੰਨ ਲਵੇ, ਰੱਬ ਦੀ ਰਜ਼ਾ ਭਾਣੇ ਨੂੰ ਮੰਨ ਲਵੇ, ਤਾਂ ਮਨਨ ਕਰਕੇ, ਠਾਕ ਦਾ ਮਤਲਬ ਕੋਈ ਰੋਕ, ਆਤਮਿਕ ਜੀਵਨ ਦੇ ਰਾਸਤੇ ਦੇ ਅੰਦਰ ਕੋਈ ਰੁਕਾਵਟ ਨਹੀਂ ਪੈਂਦੀ। ਬਿਲਕੁਲ ਬੰਦਾ ਸਫਲਤਾ ਵਾਲੇ ਪਾਸੇ ਵਧਿਆ ਜਾਂਦਾ ਹੈ। ਉਹਦੇ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਖੜੀ ਨਹੀਂ ਕਰ ਸਕਦਾ।
ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਜੀਵਨ ਵਿੱਚ ਰੁਕਾਵਟਾਂ ਆਉਂਦੀਆਂ ਨਹੀਂ। ਜੇ ਤਾਂ ਰਾਸਤਾ ਬਿਲਕੁਲ ਸਾਫ਼ ਹੋਵੇ, ਕੋਈ ਰੁਕਾਵਟ ਹੋਵੇ ਹੀ ਨਾ, ਤਾਂ ਫਿਰ ਤਾਂ ਜਿਹੜਾ ਮਰਜ਼ੀ ਬੰਦਾ ਤੁਰਿਆ ਜਾਏਗਾ, ਉਹਦੇ ਵਿੱਚ ਕੋਈ ਮਹਾਨਤਾ ਨਹੀਂ ਹੈ। ਮਹਾਨਤਾ ਤਾਂ ਇਹ ਹੈ ਕਿ ਰਾਸਤੇ ਦੇ ਅੰਦਰ ਲੱਖਾਂ ਰੁਕਾਵਟਾਂ ਆਉਣ ਤੇ ਬੰਦਾ ਉਹਨਾਂ ਰੁਕਾਵਟਾਂ ਨੂੰ ਪਾਰ ਕਰ ਜਾਏ। ਰਾਸਤੇ ਵਿੱਚ ਦਰਿਆ ਆਇਆ ਹੈ, ਬੰਦਾ ਦਰਿਆ ਨੂੰ ਪਾਰ ਕਰ ਜਾਏ। ਰਾਸਤੇ ਵਿੱਚ ਪਹਾੜ ਆਇਆ ਹੈ, ਬੰਦਾ ਪਹਾੜ ਨੂੰ ਪਾਰ ਕਰੇ। ਜੰਗਲ ਆਇਆ ਹੈ, ਬੰਦਾ ਜੰਗਲ ਦੇ ਵਿੱਚੋਂ ਸ਼ੂਰਵੀਰਤਾ ਦੇ ਨਾਲ ਲੰਘ ਜਾਏ। ਸ਼ੂਰਵੀਰ ਉਹਨਾਂ ਨੂੰ ਕਿਹਾ ਜਾਂਦਾ ਹੈ। ਮਹਾਨਤਾ ਇਸੇ ਚੀਜ਼ ਦੀ ਹੈ। ਸਾਫ਼ ਸੜਕ ਤੇ ਤਾਂ ਕੋਈ ਵੀ ਤੁਰਿਆ ਜਾਏਗਾ, ਰਾਸਤੇ ਵਿੱਚ ਰੋਕਾਂ ਆਉਂਦੀਆਂ ਨੇ, ਲੇਕਿਨ ਕੋਈ ਰੋਕ ਉਹਨੂੰ ਅਟਕਾ ਨਹੀਂ ਸਕਦੀ। ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਦੇਖਦੇ ਹਾਂ ਕਿ ਜਿਤਨੇ ਵੀ ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੇ, ਇਹ ਰੁਕਾਵਟਾਂ ਨੇ ਸਾਡੀ ਜ਼ਿੰਦਗੀ ਵਿੱਚ। ਜਾਤੀਵਾਦ ਰੁਕਾਵਟ ਹੈ। ਮੇਰੇ ਤੁਹਾਡੇ ਵਿੱਚ ਜਾਤੀਵਾਦ ਦੀ ਬਹੁਤ ਵੱਡੀ ਦੀਵਾਰ ਹੈ। ਸਾਡੇ ਆਪਸ ਦੇ ਵਿੱਚ ਜਾਤੀਵਾਦ ਦੀ ਬਹੁਤ ਵੱਡੀ ਦੀਵਾਰ ਹੈ। ਅੱਜ ਵੀ ਅਖੌਤੀ ਨੀਵੀਆਂ ਜਾਤਾਂ ਦੇ ਨਾਲ ਵਿਤਕਰੇ ਵੇਖੇ ਜਾ ਸਕਦੇ ਹਨ। ਅੱਜ ਵੀ ਜੋ ਬੱਚੇ ਜੇ ਲਵ ਮੈਰਿਜ ਕਰਾ ਲੈਣ, ਉਹ ਆਪਣੀ ਮਰਜ਼ੀ ਨਾਲ, ਉਹ ਗੱਲ ਵੱਖਰੀ ਹੈ। ਪਰ ਅਰੇਂਜ ਮੈਰਿਜ ਜੋ ਹੈ, ਅਸੀਂ ਇੰਟਰਕਾਸਟ ਕਰਨ ਤੋਂ ਸੰਕੋਚ ਕਰਦੇ ਹਾਂ। ਸੰਕੋਚ ਕੀ ਕਰਦੀ ਨਹੀਂ, ਅਸੀਂ ਸਗੋਂ ਬੱਚਿਆਂ ਨੂੰ ਵੀ ਰੋਕਦੇ ਹਾਂ। ਕਹਿਣ ਤੋਂ ਮੁਰਾਦ ਰੁਕਾਵਟ ਹੈ ਨਾ ਇਹ। ਲੇਕਿਨ ਭਗਤ ਕਬੀਰ ਜੀ ਦੀ ਜ਼ਿੰਦਗੀ ਵਿੱਚ ਇਹ ਰੁਕਾਵਟ ਨੇ ਰੋਕ ਨਹੀਂ ਪਾਈ। ਉਹ ਤਾਂ ਦੂਜੇ ਨੂੰ ਸਗੋਂ ਕਹਿ ਰਹੇ ਨੇ, ਕਹੋ ਰੇ ਪੰਡਿਤ ਬਾਮਣ ਕਬ ਕੇ ਹੋਏ, ਬਾਮਣ ਕਹਿ ਕੇ ਜਨਮ ਮਤ ਖੋਏ, ਜੋ ਤੂੰ ब्राह्मण ब्रह्मणी जाया, तो आन बाट काहे नहीं आया, तुम कत बामन हम कत सूद, हम कत लोहू तुम कत दूध। कि मैं ते तू ਉੱਚਾ ਤੇ ਨੀਵਾਂ ਕਿਵੇਂ ਆ? ਇਹ ਤੇ ਤਾਂ ਹੋ ਸਕਦਾ ਸੀ ਜੇ ਤੇਰੀਆਂ ਰਗਾਂ ਵਿੱਚ ਦੁੱਧ ਹੁੰਦਾ ਤੇ ਮੇਰੀਆਂ ਰਗਾਂ ਦੇ ਅੰਦਰ ਖੂਨ ਹੁੰਦਾ, ਫਿਰ ਮੈਂ ਸਮਝ ਲੈਂਦਾ ਤੂੰ ਉੱਚਾ ਹੈ, ਮੈਂ ਨੀਵਾਂ ਹਾਂ। ਤੇਰੀਆਂ ਰਗਾਂ ਵਿੱਚ ਵੀ ਖੂਨ ਗਰਦਸ਼ ਕਰ ਰਿਹਾ ਹੈ, ਮੇਰੀਆਂ ਰਗਾਂ ਵਿੱਚ ਵੀ ਖੂਨ ਗਰਦਸ਼ ਕਰ ਰਿਹਾ ਹੈ। ਤੇਰਾ ਵੀ ਸਰੀਰ ਪੰਜ ਤੱਤਾਂ ਤੋਂ ਬਣਿਆ, ਮੇਰਾ ਵੀ ਸਰੀਰ ਪੰਜ ਤੱਤਾਂ ਤੋਂ ਬਣਿਆ। ਤੂੰ ਵੀ ਉਸ ਸਿਸਟਮ ਨਾਲ ਪੈਦਾ ਹੋਇਆ, ਮੈਂ ਵੀ ਉਸ ਸਿਸਟਮ ਨਾਲ, ਫਿਰ ਉੱਚਾ ਔਰ ਨੀਵਾਂ ਕਿਵੇਂ ਹੋਇਆ? ਦੇਖੋ, ਜਿੱਥੇ ਪੂਰੀ ਦੁਨੀਆ ਦੇ ਅੰਦਰ ਜਾਤੀਵਾਦ ਦੀਵਾਰ ਬਣ ਕੇ ਖੜੀ ਸੀ, ਭਗਤ ਕਬੀਰ ਜੀ ਨੇ ਉਸ ਦੀਵਾਰ ਨੂੰ ਤੋੜ ਦਿੱਤਾ। ਜਿੱਥੇ 33 ਕਰੋੜ ਦੇਵੀਆਂ ਦੇਵਤੇ ਹੋਰ ਕਿੰਨੇ ਰੱਬ ਲੋਕ ਬਣਾਈ ਫਿਰਦੇ ਸਨ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰੀਆਂ ਦੀਵਾਰਾਂ ਨੂੰ ਤੋੜ ਦਿੱਤਾ, ਇੱਕ ਓੰਕਾਰ ਕਹਿ ਕੇ ਕਿ ਇੱਕ ਹੀ ਪਸਰਿਆ ਹੋਇਆ ਹੈ। ਫੱਕੜ ਜਾਤੀ ਫੱਕੜ ਨਾਉ, ਇਸਤਰੀ ਔਰ ਪੁਰਸ਼ ਦੇ ਅੰਦਰ ਦੀਵਾਰ ਖੜੀ ਕੀਤੀ ਸੀ ਨਾ ਕਿ ਇਸਤਰੀ ਅਪਵਿੱਤਰ ਹੈ, ਨੀਵੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੀਵਾਰਾਂ ਨੂੰ ਤੋੜ ਦਿੱਤਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਹਿ ਕੇ। ਤਾਂ ਮੰਨੈ ਜੋ ਰੱਬ ਦੇ ਭਾਣੇ ਨੂੰ ਮੰਨਦਾ ਹੈ, ਜੋ ਗੁਰੂ ਦੀ ਸਿੱਖਿਆ ਦਾ ਮਨਨ ਕਰਦਾ ਹੈ, ਉਹਦੇ ਰਾਸਤੇ ਦੇ ਅੰਦਰ ਕੋਈ ਰੁਕਾਵਟ ਉਹਨੂੰ ਰੋਕ ਨਹੀਂ ਸਕਦੀ ਸਫਲ ਹੋਣ ਤੋਂ। ਇਹ ਤਾਂ ਸੀ ਇਹ ਗੱਲ। ਦੂਜੀ ਗੱਲ ਹੈ ਕਿ ਜੇ ਤੁਸੀਂ ਕੋਈ ਵਪਾਰ ਆਦਿ ਕਰਦੇ ਹੋ, ਆਪਾਂ ਇਹ ਸਾਰੀਆਂ ਗੱਲਾਂ ਨੂੰ ਸਾਂਝਾ ਕਰਨਾ ਹੈ ਕਿਉਂਕਿ ਸਾਨੂੰ ਗੁਰੂ ਜੀ ਬਹੁਤ ਵੱਡਾ ਮੋਟੀਵੇਸ਼ਨ ਦੇ ਰਹੇ ਨੇ। ਤੁਸੀਂ ਕੋਈ ਵਪਾਰ ਆਦਿ ਕਰਦੇ ਹੋ ਤਾਂ ਰੁਕਾਵਟਾਂ ਤੇ ਹਰ ਬੰਦੇ ਦੇ ਰਾਹ ਵਿੱਚ ਪੈਂਦੀਆਂ ਨੇ, ਲੇਕਿਨ ਜੋ ਕਮਜ਼ੋਰ ਦਿਲ ਵਾਲੇ ਹੁੰਦੇ ਨੇ ਉਹ ਬੰਦੇ ਵਪਾਰ ਨਹੀਂ ਕਰ ਸਕਦੇ, ਜੋ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਪਰ ਜੋ ਖਤਰਾ ਮੁੱਲ ਲੈਂਦੇ ਨੇ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਨੇ, ਔਰ ਰੁਕਾਵਟਾਂ ਦੂਰ ਕਰਕੇ ਆਪਣੇ ਵਪਾਰ ਨੂੰ ਕਿੱਥੋਂ ਤੱਕ ਲੈ ਜਾਂਦੇ ਨੇ। ਕੇਵਲ ਗੱਲ ਹੈ ਸਿਸਟਮ ਨੂੰ ਸਮਝਣ ਦੀ। ਜੇ ਸਿਸਟਮ ਸਮਝ ਆ ਜਾਏ ਨਾ, ਜੋ ਰੱਬ ਦੀ ਰਜ਼ਾ ਹੈ, ਭਾਣਾ ਹੈ ਜਾਂ ਲਾ ਆਫ ਨੇਚਰ ਹੈ, ਕਿਸੇ ਵੀ ਚੀਜ਼ ਦੀ ਕੋਈ ਮਰਿਆਦਾ ਹੈ, ਕੋਈ ਕਾਨੂੰਨ ਨੇ, ਕੋਈ ਨਿਯਮ ਨੇ, ਜਦੋਂ ਉਹਨਾਂ ਨਿਯਮਾਂ ਦੀ ਸਮਝ ਆ ਜਾਂਦੀ ਹੈ ਨਾ, ਤਾਂ ਬੰਦਾ ਉਹਨਾਂ ਨਿਯਮਾਂ ਮੁਤਾਬਕ, ਗਿਆਨ ਮੁਤਾਬਕ ਰੁਕਾਵਟਾਂ ਨੂੰ ਦੂਰ ਕਰ ਦਿੰਦਾ ਹੈ ਔਰ ਉਹ ਆਪਣੇ ਜੀਵਨ ਵਿੱਚ ਸਫਲ ਹੋ ਜਾਂਦਾ। ਪਰਿਵਾਰਕ ਜ਼ਿੰਦਗੀ ਹੈ, ਅਸੀਂ ਦੇਖਦੇ ਹਾਂ ਆਮ ਘਰਾਂ ਦੇ ਵਿੱਚ ਕਲ ਕਲੇਸ਼ ਹੈ ਨਾ। ਲੋਕ ਕਹਿੰਦੇ ਨੇ ਸਾਡੇ ਘਰ ਵਿੱਚ ਕਲ ਹੈ ਤੇ ਸਾਡਾ ਕਲੇਸ਼ ਨਹੀਂ ਮੁੱਕਦਾ। ਪਰ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਬੜੇ ਸੁਖੀ ਨੇ, ਜੋ ਬਹੁਤ ਸ਼ਾਂਤ ਨੇ, ਬੜੀ ਚੰਗੀ ਜ਼ਿੰਦਗੀ ਬਿਤਾ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਹੈ। ਹੁਣ ਸਾਡੇ ਘਰ ਵਿੱਚ ਕਲੇਸ਼ ਕਿਉਂ ਹੈ ਕਿ ਅਸੀਂ ਜਿਹੜੀ ਰੁਕਾਵਟ ਹੈ ਉਹਨੂੰ ਦੂਰ ਨਹੀਂ ਕਰ ਸਕੇ। ਮੇਰੇ ਅੰਦਰ ਈਗੋ ਹੈ, ਮੇਰੀ ਈਗੋ ਕਰਕੇ ਮੇਰੀ ਘਰਵਾਲੀ ਨਾਲ ਜਾਂ ਨੂੰਹ ਪੁੱਤਰ ਨਾਲ ਨਹੀਂ ਬਣਦੀ। ਫਿਰ
ਮੇਰੇ ਅੰਦਰ ਈਰਖਾ ਹੈ ਜਾਂ ਕੋਈ ਹੋਰ ਔਗਣ ਹੈ, ਤਾਂ ਉਸ ਕਰਕੇ ਮੇਰੀ ਰਿਸ਼ਤੇਦਾਰਾਂ ਦੇ ਨਾਲ ਨਹੀਂ ਬਣ ਰਹੀ, ਕਿਉਂਕਿ ਮੈਂ ਉਸ ਰੁਕਾਵਟ ਨੂੰ ਦੂਰ ਨਹੀਂ ਕਰ ਪਾਇਆ, ਮੈਂ ਉਸ ਰੁਕਾਵਟ ਨੂੰ ਨਹੀਂ ਸਮਝ ਪਾਇਆ। ਇਸ ਕਰਕੇ ਘਰਾਂ ਵਿੱਚ ਕਲੇਸ਼ ਹੈ। ਦੇਖੋ, ਪਾਣੀ ਡੋਬਦਾ ਨਾ ਸਾਰਿਆਂ ਨੂੰ, ਪਰ ਜਿਨ੍ਹਾਂ ਨੂੰ ਤਰਨਾ ਆਉਂਦਾ ਉਹ ਪਾਣੀ ਵਿੱਚ ਨਹੀਂ ਡੁੱਬਦੇ। ਪਾਣੀ ਵਿੱਚ ਕੌਣ ਡੁੱਬਦਾ ਹੈ? ਜਿਹਨੂੰ ਤਰਨਾ ਨਹੀਂ ਆਉਂਦਾ। ਪਾਣੀ ਵਿੱਚ ਉਹ ਡੁੱਬਦਾ ਹੈ ਜਿਹਨੂੰ ਤਰਨਾ ਨਹੀਂ ਆਉਂਦਾ। ਇਸੇ ਤਰ੍ਹਾਂ ਸਮੱਸਿਆਵਾਂ ਉਹਨੂੰ ਪਰੇਸ਼ਾਨ ਕਰਦੀਆਂ ਨੇ ਜਿਨ੍ਹਾਂ ਨੂੰ ਸਮੱਸਿਆਵਾਂ ਹੱਲ ਕਰਨੀਆਂ ਨਹੀਂ ਆਉਂਦੀਆਂ। ਉਹਨਾਂ ਨੂੰ ਹੱਲ ਕਰਨੀਆਂ ਨਹੀਂ ਆਉਂਦੀਆਂ, ਸਮੱਸਿਆ ਵਿੱਚ ਫਸ ਜਾਂਦੇ ਨੇ। ਸਾਡੇ ਘਰਾਂ ਦੇ ਅੰਦਰ ਕਲੇਸ਼ ਕਿਉਂ ਹੈ? ਕਿਉਂਕਿ ਸਾਨੂੰ ਕਲੇਸ਼ ਖਤਮ ਕਰਨਾ ਨਹੀਂ ਆਉਂਦਾ। ਅਸੀਂ ਕਲੇਸ਼ ਦੇ ਕਾਰਨਾਂ ਨੂੰ ਨਹੀਂ ਸਮਝ ਪਾਉਂਦੇ, ਇਸ ਕਰਕੇ ਅਸੀਂ ਕਲੇਸ਼ ਨਹੀਂ। ਤਾਂ ਜਿਨ੍ਹਾਂ ਨੇ ਇਸ ਸਿਸਟਮ ਨੂੰ ਸਮਝ ਲਿਆ, ਰੱਬੀ ਰਜ਼ਾ ਨੂੰ, ਲਾ ਆਫ ਨੇਚਰ ਨੂੰ, ਵੇ ਆਫ ਲਾਈਫ ਜੋ ਗੁਰੂ ਜੀ ਸਾਨੂੰ ਦੇ ਰਹੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਕੋਈ ਰੁਕਾਵਟ ਖੜੀ ਨਹੀਂ ਹੁੰਦੀ, ਉਹ ਸਫਲਤਾ ਤੱਕ ਪਹੁੰਚ ਜਾਂਦੇ ਨੇ। ਧਾਰਮਿਕ ਜ਼ਿੰਦਗੀ ਵੇਖ ਲਓ। ਹੁਣ ਆਮ ਬੰਦੇ ਨੂੰ ਜੇ ਅਸੀਂ ਕਹੀਏ ਅੰਮ੍ਰਿਤ ਪਾਨ ਕਰਨ ਲਈ, ਬਾਣੀ ਪੜ੍ਹਨ ਲਈ, ਜਾਂ ਕੁਛ ਵੀ ਗੁਰਦੁਆਰਾ ਸਾਹਿਬ ਜਾਣ ਲਈ, ਜਾਂ ਕੁਛ ਵੀ ਧਰਮ ਬਾਰੇ, ਤਾਂ ਉਹ ਬੰਦਾ ਕਹਿੰਦਾ ਨਾ ਜੀ ਨਾ, ਇਹ ਤਾਂ ਬਹੁਤ ਔਖਾ ਹੈ, ਇਹ ਤਾਂ ਬਿਲਕੁਲ ਰਹਿਤ ਰੱਖਣੀ ਬੜੀ ਔਖੀ ਹੈ। ਹੁਣ ਉਹਨਾਂ ਵਾਸਤੇ ਰੁਕਾਵਟ ਹੋ ਗਈ ਨਾ, ਚਾਹੇ ਕਛਹਿਰਾ ਪਾਣਾ, ਕਿਰਪਾਨ ਪਾਣੀ, ਜਾਂ ਕੁਛ ਵੀ ਰੁਕਾਵਟ ਹੋ ਗਈ। ਲੇਕਿਨ ਦੂਜਾ ਬੰਦਾ ਹੈ, ਉਹਨੇ ਇਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ। ਉਹ ਕਹਿੰਦਾ ਬੜੀ ਆਸਾਨੀ ਦੇ ਨਾਲ ਮੈਂ ਜ਼ਿੰਦਗੀ ਜੀ ਰਿਹਾ, ਕੋਈ ਰੁਕਾਵਟ ਨਹੀਂ। ਸਗੋਂ ਜਦੋਂ ਦਾ ਮੈਂ ਇਸ ਜ਼ਿੰਦਗੀ ਨੂੰ ਅਪਣਾਇਆ ਹੈ, ਮੈਂ ਹੋਰ ਸੌਖਾ ਹੋ ਗਿਆ। ਸ਼ਰਾਬ ਰੁਕਾਵਟ ਸੀ, ਬੰਦੇ ਨੇ ਸ਼ਰਾਬ ਨੂੰ ਦੂਰ ਕਰ ਦਿੱਤਾ। ਝੂਠ ਰੁਕਾਵਟ ਸੀ, ਦੂਰ ਨੂੰ ਕਰ ਦਿੱਤਾ, ਕਿਉਂਕਿ ਉਹਨੇ ਮੰਨ ਲਿਆ। ਗੱਲ ਮੰਨਣ ਦੀ ਹੈ। ਜਿਹੜਾ ਮੰਨ ਲਵੇਗਾ ਨਾ ਇਸ ਸਿਸਟਮ ਨੂੰ, ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰੇਗਾ, ਉਹਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਰਹੇਗੀ। ਹੁਣ ਰੱਬ ਦੇ ਵਿੱਚ ਅਸੀਂ ਇਹ ਭੇਦ ਹੋਣਾ ਹੈ ਕਿ ਉਹ ਸਚਿਆਰਾ ਹੋਈ ਹੈ, ਤੇ ਸਚਿਆਰਤਾ ਦੇ ਰਾਸਤੇ ਵਿੱਚ ਦੀਵਾਰ ਕਿਹੜੀ ਹੈ? ਕੂੜ ਦੀ। ਕਿ ਉਹ ਕੂੜੇ ਟੁੱਟੇ ਪਾਲ, ਕੂੜ ਦੀ ਦੀਵਾਰ। ਹੁਣ ਰੱਬ ਦੇ ਵਿੱਚ ਅਭੇਦ ਕਿਉਂ ਨਹੀਂ ਹੋ ਪਾ ਰਿਹਾ? ਕਿਉਂਕਿ ਅਸੀਂ ਕੂੜ ਦੀ ਦੀਵਾਰ ਨੂੰ ਨਹੀਂ ਤੋੜ ਪਾ ਰਹੇ। ਜਿਹੜਾ ਕੂੜ ਦੀ ਦੀਵਾਰ ਨੂੰ ਤੋੜ ਦੇਵੇਗਾ, ਮੰਨ ਲਵੇਗਾ ਸਿਸਟਮ ਨੂੰ, ਕੂੜ ਦੀ ਦੀਵਾਰ ਆਪ ਹੀ ਢਹਿ ਪੈਣੀ ਹੈ, ਉਹ ਸਚਿਆਰ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤੇ ਕੂੜ ਦੀ ਪਾਲ ਟੁੱਟਣੀ ਕਿਵੇਂ ਸੀ? ਕਿਉਂਕਿ ਸਾਨੂੰ ਸਾਧਨ ਦਾ ਨਹੀਂ ਨਾ ਪਤਾ, ਯਤਨ ਅਸੀਂ ਕੀਤਾ ਪਰ ਗਲਤ ਕੀਤਾ। ਦੇਵੀਆਂ ਨੂੰ ਪੂਜਿਆ, ਦੇਵਤਿਆਂ ਨੂੰ ਪੂਜਿਆ, ਮੜੀਆਂ ਮਸਾਣਿਆਂ ਨੂੰ ਪੂਜਿਆ, ਬਾਬਿਆਂ ਦੇ ਕੋਲ ਚੱਕਰ ਕੱਟੇ, ਦੇਹਧਾਰੀਆਂ ਕੋਲ ਵਿਚਰਦੇ ਰਹੇ। ਇਹ ਸਾਧਨ ਨਹੀਂ ਸੀ ਨਾ, ਸਾਧਨ ਸੀ ਹੁਕਮ ਰਜ਼ਾਈ ਚੱਲਣਾ, ਕਿ ਹੁਕਮ ਦੇ ਅੰਦਰ ਤੁਰਨਾ ਹੈ, ਰਜ਼ਾ ਦੇ ਅੰਦਰ ਤੁਰਨਾ ਹੈ। ਜਿਨ੍ਹਾਂ ਨੇ ਇਸ ਰਜ਼ਾ ਨੂੰ ਸਮਝ ਲਿਆ, ਮੰਨ ਲਿਆ, ਉਹਨਾਂ ਦੀ ਕੂੜ ਦੀ ਦੀਵਾਰ ਟੁੱਟ ਗਈ, ਉਹ ਸਚਿਆਰ ਹੋ ਗਏ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਉਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਜਦੋਂ ਰੁਕਾਵਟਾਂ ਨੂੰ ਦੂਰ ਕਰਨਾ ਨਹੀਂ ਜਾਣਦਾ। ਘਰਾਂ ਵਿੱਚ ਕਲੇਸ਼ ਉਦੋਂ ਪੈਂਦੇ ਨੇ ਜਦੋਂ ਅਸੀਂ ਕਲੇਸ਼ ਨੂੰ ਖਤਮ ਕਰਨਾ ਨਹੀਂ ਜਾਣਦੇ। ਸਮੱਸਿਆਵਾਂ ਉਦੋਂ ਸਾਡੇ ਰਾਸਤੇ ਵਿੱਚ ਖੜੀਆਂ ਹੁੰਦੀਆਂ ਨੇ ਜਦੋਂ ਸਾਡੇ ਕੋਲ ਸਮੱਸਿਆਵਾਂ ਦੇ ਹੱਲ ਦਾ ਨਹੀਂ ਪਤਾ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ। ਜੋ ਰੱਬੀ ਰਜ਼ਾ ਨੂੰ, ਹੁਕਮ ਨੂੰ ਮੰਨ ਲੈਂਦਾ, ਉਹਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਖੜੀ ਨਹੀਂ ਹੁੰਦੀ, ਉਹ ਸਭ ਰੁਕਾਵਟਾਂ ਨੂੰ ਪਾਰ ਕਰ ਜਾਂਦਾ ਹੈ। ਹੁਣ ਦੇਖੋ, ਭਾਈ ਮਤੀ ਦਾਸ ਦੀ ਜ਼ਿੰਦਗੀ ਦੇ ਅੰਦਰ ਕਿੱਡੀ ਵੱਡੀ ਰੁਕਾਵਟ ਹੈ। ਆਰਾ ਰੁਕਾਵਟ ਹੀ ਤੇ ਹੈ, ਲੇਕਿਨ ਉਸਨੇ ਉਸ ਰੁਕਾਵਟ ਨੂੰ ਤੋੜ ਕੇ ਪਾਸੇ ਕੀਤਾ। ਕਹਿੰਦਾ ਮੈਨੂੰ ਚੀਰੋ, ਬਿਲਕੁਲ ਮੈਨੂੰ ਕੋਈ ਇਸ ਚੀਜ਼ ਦੀ ਪਰੇਸ਼ਾਨੀ ਨਹੀਂ ਹੈ, ਚੀਰੋ, ਮੈਂ ਸੱਚ ਨੂੰ ਨਹੀਂ ਛੱਡਾਂਗਾ। ਸਾਡੇ ਵਰਗਾ ਹੁੰਦਾ ਚੀਕਾਂ ਮਾਰ ਕੇ ਭੱਜਦਾ, ਪਰ ਭਾਈ ਮਤੀ ਦਾਸ ਜੀ ਕਹਿ ਰਹੇ ਨੇ, ਐ ਜੱਲਾਦ ਚੀਰ। ਤੇ ਉਹ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਕਹਿੰਦਾ ਮੈਨੂੰ ਡਰ ਇੱਕ ਲੱਗਦਾ ਵੀ ਤੂੰ ਨਾ ਡਰ ਜਾਈਂ ਚੀਰਦਾ ਹੋਇਆ। ਇੱਕ ਗੱਲ ਯਾਦ ਰੱਖੀ, ਜਦੋਂ ਚੀਰ ਪਾਏ ਤੇ ਸਿੱਧਾ ਪਾਈ, ਨੱਕ ਦੀ ਸੇਧ ਵਿੱਚ ਜਾਏ ਚੀਰ, ਡਰ ਨਾ ਜਾਈਂ ਚੀਰਦਾ ਹੋਇਆ, ਤੇਰਾ ਦਿਲ ਨਾ ਦਹਿਲ ਜਾਏ। ਕਿਉਂਕਿ ਜਦੋਂ ਕੋਈ ਮੇਰੀ ਲਾਸ਼ ਨੂੰ ਚੁੱਕਣ ਆਏਗਾ ਨਾ, ਮ੍ਰਿਤਕ ਦੇਹ ਦੇ ਦੋ ਟੁਕੜਿਆਂ ਨੂੰ, ਤੇ ਉਹ ਜਦੋਂ ਚੀਰ ਟੇਢਾ ਹੋਏਗਾ, ਮੇਰੇ ਤੇ ਸ਼ੱਕ ਕਰੇਗਾ ਕਿ ਸ਼ਾਇਦ ਭਾਈ ਮਤੀ ਦਾਸ ਡਰ ਦੇ ਨਾਲ ਜਾਂ ਦਰਦ ਦੇ ਨਾਲ ਕੰਬਿਆ ਹੋਣਾ ਹੈ, ਡੋਲਿਆ ਹੋਣਾ ਹੈ, ਤਾਂ ਚੀਰ ਟੇਢਾ ਹੋਇਆ ਹੈ। ਭਲਿਆ, ਮੈਂ ਡੋਲਣਾ ਨਹੀਂ, ਮੈਂ ਹਿੱਲਣਾ ਜੁਲਣਾ ਨਹੀਂ, ਮੈਂ ਅਡੋਲ ਹਾਂ। ਇਸ ਲਈ ਚੀਰ ਸਿੱਧਾ ਰੱਖ। ਰੁਕਾਵਟ ਹੀ ਹੈ ਨਾ, ਲੇਕਿਨ ਰੁਕਾਵਟ ਨੂੰ ਰੋਕ ਤਾਂ ਨਹੀਂ ਸਕੀ। ਨੀਹਾਂ ਦੇ ਅੰਦਰ ਚਿਣਨਾ ਕਿੰਨਾ ਔਖਾ ਹੈ ਨਾ, ਚਿਣਵਾ ਜਾਣਾ ਆਪਣੇ ਆਪ ਨੂੰ। 6 ਸਾਲ ਔਰ 8 ਸਾਲ ਦੇ ਮਾਸੂਮ ਬੱਚੇ ਨੇ, ਆਪਣੇ ਬੱਚਿਆਂ ਵੱਲ ਝਾਤ ਮਾਰ ਕੇ ਵੇਖੀਏ,
लेकिन की वो दीवार दे विच चिणना वो रुकावट साहिबजादियां नूं रोक पाई? बिल्कुल भी नहीं। तां जिहड़ा बंदा मन लैंदा दिल करके, ਵੱਡੀ ਤੋਂ ਵੱਡੀ ਰੁਕਾਵਟ ਵੀ ਉਹਨੂੰ ਆਤਮਿਕ ਜੀਵਨ ਦੀਆਂ ਉਚਾਈਆਂ ਚੜ੍ਹਨ ਤੋਂ ਰੋਕ ਨਹੀਂ ਸਕਦੀ। ਇਹ ਸਾਡਾ ਆਪਣਾ ਹੀ ਮੰਨਣਾ ਹੈ ਕਿ ਔਖਾ ਹੈ ਜੀ, ਇਹ ਕੰਮ ਹੋਣਾ ਨਹੀਂ ਜੀ, ਕਲੇਸ਼ ਮਿਟ ਨਹੀਂ ਸਕਦਾ ਜੀ, ਅਸੀਂ ਚੰਗੇ ਹੋ ਨਹੀਂ ਸਕਦੇ ਜੀ, ਸਾਡੇ ਤੋਂ ਬਾਣੀ ਪੜ੍ਹੀ ਨਹੀਂ ਜਾਣੀ, ਕਿਉਂਕਿ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਬਿਠਾ ਦਿੱਤੀਆਂ ਗਈਆਂ ਨੇ। ਹਰ ਇਨਸਾਨ ਦੇ ਅੰਦਰ ਇਹ ਪੋਸੀਬਿਲਿਟੀ ਹੈ, ਕਿਉਂਕਿ ਹਰ ਇੱਕ ਦੇ ਅੰਦਰ ਰੱਬ ਬੈਠਾ ਹੈ। ਘਟ ਘਟ ਮੈਂ ਹਰ ਜੂ ਵਸੈ, ਮੰਨੈ ਮਾਰਗ ਠਾਕ ਨਾ ਪਾਏ। ਜੋ ਮੰਨਦੇ ਨੇ ਰੱਬੀ ਰਜਾ ਭਾਣੇ ਨੂੰ, ਕੋਈ ਵੱਡੀ ਤੋਂ ਵੱਡੀ ਰੁਕਾਵਟ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਰੋਕ ਨਹੀਂ ਪਾ ਸਕਦੀ। ਉਹਨਾਂ ਸਭ ਰੁਕਾਵਟਾਂ ਨੂੰ ਬੜੀ ਆਸਾਨੀ ਨਾਲ ਪਾਰ ਕਰ ਜਾਂਦੇ। ਅਗਲਾ ਬਚਨ ਹੈ ਮੰਨੈ ਪਤ ਸਿਉ ਪ੍ਰਗਟ ਜਾਏ। ਪਤ ਦਾ ਮਤਲਬ ਇੱਜ਼ਤ, ਪ੍ਰਗਟ ਦਾ ਮਤਲਬ ਆਪਣਾ ਪ੍ਰਤੱਖ ਤੌਰ ਤੇ ਇੱਜ਼ਤ ਹਾਸਲ ਕਰਨੀ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨਨ ਕਰਕੇ ਬੰਦਾ ਇੱਜ਼ਤ ਦੇ ਨਾਲ ਪ੍ਰਗਟ ਹੋ ਜਾਂਦਾ, ਉਹਦੀ ਇੱਜ਼ਤ ਪ੍ਰਗਟ ਹੋ ਜਾਂਦੀ ਹੈ, ਉਹਨੂੰ ਪ੍ਰਤੱਖ ਤੌਰ ਤੇ ਮਾਣ ਮਿਲਦਾ ਹੈ, ਉਹਨੂੰ ਸਤਿਕਾਰ ਮਿਲਦਾ ਹੈ। ਕਿਹਨੂੰ? ਜੋ ਵੀ ਮੰਨਦਾ ਹੈ ਪ੍ਰਭੂ ਦੀ ਰਜ਼ਾ ਨੂੰ, ਪ੍ਰਭੂ ਦੇ ਭਾਣੇ ਨੂੰ, ਪ੍ਰਭੂ ਦੇ ਹੁਕਮ ਨੂੰ, मनन करके इज्जत और सत्कार मिलेगा। हाँ जी, मनन करके इज्जत और सत्कार मिलेगा। तो हुण तां फिर मैं बैठा हूं, थोड़ी देर ठहर के क्लास चलती, फिर थोड़ी देर ठहर के। सॉरी जी, थोड़ी रुकावट आ गई थी, गुरुद्वारे थोड़ा काम चल रहा था, तो अद्धा पौना घंटा ठहर के। तां मन्ने पत स्यों प्रगट जाए, मनन करके ਇੱਜ਼ਤ ਮਾਨ ਔਰ ਸਤਿਕਾਰ ਮਿਲਦਾ ਹੈ। ਇਸ ਦੁਨੀਆ ਦੇ ਅੰਦਰ ਆਪ ਵੇਖੋਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੋ ਵੀ ਸੱਚੇ ਰਾਹ ਦੇ ਉੱਤੇ ਚੱਲੇਗਾ ਉਹਨੂੰ ਉਸਤਤ ਮਿਲੇਗੀ। ਹੁਣ ਇੱਜ਼ਤ ਮੰਗਿਆ ਨਹੀਂ ਮਿਲਦੀ, ਇੱਜ਼ਤ ਮੁੱਲ ਨਹੀਂ ਖਰੀਦੀ ਜਾ ਸਕਦੀ। ਇੱਜ਼ਤ ਚੰਗੇ ਕੰਮ ਕਰਨ ਦੇ ਨਾਲ ਮਿਲੇਗੀ। ਜੇ ਹੁਣ ਮੈਂ ਉਹ ਕਰਮ ਕਰਾਂ ਜੋ ਕਰਮਾਂ ਦੇ ਨਾਲ ਇੱਜ਼ਤ ਸਤਿਕਾਰ ਮਿਲਦਾ ਹੀ ਨਹੀਂ, ਮੈਂ ਸ਼ਰਾਬਾਂ ਪੀਵਾਂ, ਚੋਰੀਆਂ ਕਰਾਂ, ਵਿਭਚਾਰ ਕਮਾਵਾਂ, ਤਾਂ ਇਹ ਕਰਮ ਕਰਨ ਦੇ ਨਾਲ ਇੱਜ਼ਤ ਥੋੜੀ ਮਿਲੇਗੀ, ਕਦੇ ਵੀ ਕਿਸੇ ਨੂੰ ਨਹੀਂ ਮਿਲੀ। ਇੱਜ਼ਤ ਤਾਂ ਹੀ ਮਿਲੇਗੀ ਮੇਰਾ ਆਚਰਨ ਉੱਚਾ ਹੋਵੇ, ਮੇਰਾ ਆਦਰਸ਼ ਉੱਚਾ ਹੋਵੇ, ਮੈਂ ਮੇਰੇ ਬੋਲ ਮਿੱਠੇ ਪਿਆਰੇ ਹੋਣ, ਮੈਂ ਕਿਸੇ ਦੀ ਹੈਲਪ ਕਰਾਂ, ਚੰਗੇ ਕਰਮ ਕਰਾਂ, ਤਾਂ ਹੀ ਇੱਜ਼ਤ ਮਿਲੇਗੀ ਨਾ। ਤੇ ਜੇ ਮੈਂ ਕਹਾਂ ਕਿ ਮੇਰੇ ਕੋਲ ਪੈਸਾ ਬੜਾ ਜ਼ਿਆਦਾ ਹੈ ਤਾਂ ਮੇਰੀ ਇੱਜ਼ਤ ਕਰੋ, ਐਵੇਂ ਨਹੀਂ ਇੱਜ਼ਤ ਮਿਲਦੀ। ਇੱਜ਼ਤ ਮਾਨ ਸਤਿਕਾਰ ਮਿਲਦਾ ਹੈ ਮਨਨ ਕਰਕੇ। ਤਾਂ ਜੇ ਅਸੀਂ ਇਸ ਸਮਾਜ ਅੰਦਰ, ਸੰਸਾਰ ਅੰਦਰ ਮਾਣ, ਇੱਜ਼ਤ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣੀ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਰੱਬ ਦੀ ਰਜ਼ਾ ਔਰ ਭਾਣੇ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ। ਤੇ ਇਹ ਨਹੀਂ ਕਿ ਇੱਕ ਨੂੰ ਇੱਜ਼ਤ ਮਿਲੇਗੀ ਦੂਜੇ ਨੂੰ ਨਹੀਂ ਮਿਲੇਗੀ। ਮੰਨਣੇ ਦਾ ਮਤਲਬ ਜਿਹੜਾ ਵੀ ਮੰਨੇਗਾ, ਉਹ ਜਿਹੜਾ ਮੈਂ ਵੀ ਹੋ ਸਕਦਾ, ਉਹ ਜਿਹੜਾ ਤੁਸੀਂ ਵੀ ਹੋ ਸਕਦੇ ਹੋ, ਕੋਈ ਹੋਰ ਵੀ ਹੋ ਸਕਦਾ ਹੈ, ਸਾਰੀ ਦੁਨੀਆ ਵੀ ਹੋ ਸਕਦੀ ਹੈ। ਹਰ ਇਨਸਾਨ ਮਾਣ ਵਾਲੀ ਜ਼ਿੰਦਗੀ ਜੀਵੇ। ਤੇ ਜੇ ਮਾਣ ਵਾਲੀ ਜ਼ਿੰਦਗੀ ਨਹੀਂ ਜੀਂਦਾ, ਜਿਹੜਾ ਇੱਕ ਦੇ ਨਾਲ ਜੋ ਨਹੀਂ ਜੁੜਦਾ, ਉਹਦਾ ਇਸ ਸੰਸਾਰ ਵਿੱਚ ਆਉਣਾ ਵਿਅਰਥ ਜਿਹਾ ਹੋ ਜਾਂਦਾ ਹੈ ਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਉਹ ਸਾਰਾ ਕੁਝ ਬੇਕਾਰ ਹੀ ਚਲਾ ਜਾਂਦਾ ਹੈ, ਜੋ ਕੁਝ ਵੀ ਉਸਨੇ ਖਾਣਾ ਪੀਣਾ ਪਹਿਨਣਾ, ਉਹਦਾ ਸਾਰਾ ਕੁਝ ਬੇਕਾਰ ਔਰ ਵਿਅਰਥ ਹੋ ਜਾਂਦਾ ਹੈ। ਪ੍ਰੋਬਲਮ ਹੋ ਤਾਂ ਰਹੀ ਹੈ, ਬੰਦ ਕਰ ਦੇਵਾਂ ਕਿਸ ਤਰ੍ਹਾਂ? ਹਾਂਜੀ ਹਾਂਜੀ, ਉੱਥੇ ਰੂਮ ਵਿੱਚ ਉਧਰ ਇੰਟਰਨੈਟ ਦਾ ਨਹੀਂ ਪੂਰਾ ਹੈਗਾ, ਇੰਟਰਨੈਟ ਇੱਥੇ ਹੀ ਚੱਲਦਾ ਹੈ। ਹਾਂਜੀ, ਇੰਟਰਨੈਟ ਨਾ ਉਧਰ ਇੰਟਰਨੈਟ ਨਹੀਂ, ਤੇ ਕਲਾਸ ਵਿੱਚ 60-70 ਬੰਦੇ ਜੁੜੇ ਸੀ 2-3 ਕੰਟਰੀਆਂ ਤੋਂ। ਦੇਖ ਲਓ ਜਿਸ ਤਰ੍ਹਾਂ ਕਿਵੇਂ ਕਰਨਾ। ਥੋੜੀ ਟੈਕਨੀਕ ਪ੍ਰੋਬਲਮ ਆ ਰਹੀ, ਤੁਸੀਂ ਕਲਾਸ ਵਾਲੇ ਵੀਰ ਵੇਟ ਕਰੋ ਥੋੜਾ। ਹਾਂਜੀ, ਹੁਕਮ ਕਰੋ ਕਿਵੇਂ ਕਰੀਏ ਫਿਰ? ਹਾਂ ਠੀਕ ਹੈ, ਮੈਂ 3:30 ਤੱਕ ਹੈਗਾ ਮੈਂ ਤੇ। ਚਲੋ ਧੰਨਵਾਦ ਤੁਹਾਡਾ, ਧੰਨਵਾਦ। ਉਹਨਾਂ ਗੁਰਦੁਆਰਾ ਸਾਹਿਬ ਥੋੜਾ ਕੰਮ ਕਰ ਰਹੇ ਸੀ ਪੇਪਰ ਲਾਉਣ ਦਾ,
ਤੇ ਇਸ ਕਰਕੇ ਚਲੋ ਉਹਨਾਂ ਨੇ ਕਿਹਾ ਵੀ ਬਾਅਦ ਵਿੱਚ ਲਾ ਲਵਾਂਗੇ। ਕੋਈ ਨਹੀਂ ਜੀ, ਥੈਂਕ ਯੂ ਤੁਹਾਡਾ। ਮੰਨੈ ਪਤ ਸਿਉ ਪ੍ਰਗਟ ਜਾਏ, ਜਿਹੜਾ ਵੀ ਮਨਨ ਕਰੇਗਾ ਉਹ ਇੱਜ਼ਤ ਦੇ ਨਾਲ ਪ੍ਰਤੱਖ ਤੌਰ ਤੇ ਇੱਜ਼ਤ ਪਾਏਗਾ। ਤਾਂ ਗੁਰੂ ਜੀ ਹਰ ਇਨਸਾਨ ਨੂੰ ਮਾਣ, ਇੱਜ਼ਤ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣ ਦਾ ਢੰਗ ਦੇ ਰਹੇ ਨੇ, ਆਦੇਸ਼ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ, ਰਾਸਤਾ ਦੱਸ ਰਹੇ ਨੇ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ। ਇਹਦੇ ਵਿੱਚ ਤੁਸੀਂ ਮਾਲਾ ਨਹੀਂ ਫੇਰਨੀ, ਤੁਸੀਂ ਕੋਈ ਸਮਾਧੀ ਨਹੀਂ ਲਾਣੀ, ਕੋਈ ਅਲੋਮ ਵਿਲੋਮ ਨਹੀਂ ਕਰਨਾ, ਕੋਈ ਯੋਗਾ ਨਹੀਂ ਕਰਨਾ, ਕੋਈ ਘਰ ਛੱਡ ਕੇ ਜੰਗਲ ਵਿੱਚ ਨਹੀਂ ਜਾਣਾ, ਕਿਤੇ ਬਾਬੇ ਦੇ ਕੋਲ ਨਹੀਂ ਜਾਣਾ। ਆਪਣੇ ਕਾਰਜ ਕਰਦਿਆਂ ਹੋਇਆਂ ਸਿਸਟਮ ਦੇ ਅੰਦਰ ਰਹਿਣਾ ਹੈ ਤੇ ਇੱਜ਼ਤ ਮਿਲੇਗੀ। ਤੇ ਜੇ ਫਿਰ ਵੀ ਅਸੀਂ ਸਿਸਟਮ ਵਿੱਚ ਰਹਿ ਕੇ ਇੱਜ਼ਤ ਨਾ ਹਾਸਲ ਕਰੀਏ, ਦੇਖੋ ਜਿਵੇਂ 2 ਮਿੰਟ ਲਈ ਆਪਾਂ ਪਤੀ ਪਤਨੀ ਦੀ ਗੱਲ ਹੀ ਕਰੀਏ, ਤਾਂ ਪਤੀ ਪਤਨੀ ਰਹਿ ਤੇ ਦੋਵੇਂ ਰਹੇ ਨੇ, ਪਰ ਉਹਦਾ ਸਿਸਟਮ ਕੀ ਹੈ ਇੱਜ਼ਤ ਵਾਲਾ? ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਆਂ ਸੋਏ। ਕਿ ਪਤੀ ਪਤਨੀ ਉਸ ਨੂੰ ਨਹੀਂ ਕਹਿੰਦੇ ਜਿਹੜੇ ਇਕੱਠੇ ਹੋ ਕੇ ਇੱਕ ਸਟੇਜ ਤੇ ਬਹਿ ਜਾਂਦੇ ਨੇ। ਅਸਲ ਦੇ ਵਿੱਚ ਪਤੀ ਪਤਨੀ ਉਹ ਨੇ ਜਿਹੜੇ ਵੇਖਣ ਨੂੰ ਦੋ ਹੋਣ ਪਰ ਉਹਨਾਂ ਦੀ ਸਾਂਝ ਹੋਏ, ਵਿਚਾਰਕ ਸਾਂਝ ਹੋਏ, ਸੋਚ ਇੱਕ ਹੋਵੇ। ਤਾਂ ਦੇਖੋ ਸਿਸਟਮ ਹੈ, ਜੇ ਪਤੀ ਪਤਨੀ ਇੱਜ਼ਤ ਮਾਨ ਸਤਿਕਾਰ ਸੁੱਖ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਨੇ ਤਾਂ ਉਹਦੇ ਵਾਸਤੇ ਸੋਚ ਇੱਕ ਕਰਨੀ ਚਾਹੀਦੀ ਹੈ। ਜੇ ਦੋਵਾਂ ਦੀ ਸੋਚ ਇੱਕ ਹੋ ਜਾਏ, ਘਰ ਵਿੱਚ ਵੀ ਸੁੱਖ ਰਹੇਗਾ ਤੇ ਜਿੱਥੇ ਵੀ ਰਿਸ਼ਤੇਦਾਰੀ ਵਿੱਚ ਭੈਣ ਭਰਾਵਾਂ ਕੋਲ ਜਾਣਗੇ ਉੱਥੇ ਵੀ ਮਾਣ ਇੱਜ਼ਤ ਸਤਿਕਾਰ ਮਿਲੇਗਾ। ਲੋਕ ਕਹਿਣਗੇ ਵੀ ਜੋੜੀ ਤੇ ਉਹਨਾਂ ਦੀ ਹੈ, ਕਿਵੇਂ ਇੱਕ ਜਿੰਦ ਜਾਨ ਹੋ ਕੇ ਰਹਿੰਦੇ ਨੇ। ਤੇ ਜਿਹਨਾਂ ਦੀ ਸੋਚ ਇੱਕ ਨਹੀਂ, ਉਹਨਾਂ ਨੂੰ ਲੋਕ ਕਹਿੰਦੇ ਨੇ ਯਾਰ ਸਾਰੇ ਸਾਡੇ ਫਲਾਣੇ, ਉਹਨਾਂ ਦਾ ਤੇ ਕਾਂਟੋ ਕਲੇਸ਼ ਹੀ ਰਹਿੰਦਾ ਹਰ ਟਾਈਮ। ਸਿਸਟਮ ਹੈ ਨਾ। ਇਸੇ ਤਰ੍ਹਾਂ ਮਾਂ ਬਾਪ ਨੇ, ਬੱਚੇ ਨੇ। ਗੁਰੂ ਜੀ ਦਾ ਪਾਵਨ ਬਚਨ ਹੈ, ਹੁਣ ਭਰਾ ਨੇ ਨਾ, ਭਰਾ ਨੇ 2, ਤੇ ਜੇ ਭਰਾ ਆਪਸ ਦੇ ਅੰਦਰ ਪ੍ਰਾਪਰਟੀ ਤੋਂ ਲੜਨ ਤਾਂ ਮਾੜਾ ਕੰਮ ਹੈ ਨਾ, ਇੱਕ ਦੂਜੇ ਦਾ ਹੱਕ ਨਾ ਖਾਣ। ਪਿਓ ਪੁੱਤਰ ਨੇ ਤਾਂ ਗੁਰੂ ਜੀ ਕਹਿੰਦੇ ਨੇ ਪੂਤ ਕਾਹੇ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ। ਕਿ ਬੱਚਿਓ ਆਪਣੇ ਮਾਪਿਆਂ ਦੇ ਨਾਲ ਕਿਉਂ ਝਗੜਾ ਕਰਦੇ ਹੋ? ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਵੱਡਾ ਕੀਤਾ, ਉਹਨਾਂ ਨਾਲ ਝਗੜਾ ਕਰਨਾ, ਉਹਨਾਂ ਨੂੰ ਦੁੱਖ ਦੇਣਾ ਬਹੁਤ ਵੱਡਾ ਪਾਪ ਹੈ। ਤੇ ਮਾਂ-ਬਾਪ ਦਾ ਸਤਿਕਾਰ ਕਰਨਾ ਇਹ ਪੁੰਨ ਦਾ ਕੰਮ ਹੈ, ਚੰਗਾ ਕੰਮ ਹੈ। ਸਿਸਟਮ ਹੈ ਨਾ ਕਿ ਬੱਚੇ ਮਾਂ-ਬਾਪ ਦਾ ਸਤਿਕਾਰ ਕਰਨ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਤੇ ਘਰ ਦੇ ਅੰਦਰ ਸੁੱਖ ਰਹੇਗਾ, ਮਾਣ ਇੱਜ਼ਤ ਵੀ ਮਿਲੇਗਾ। ਲੋਕ ਕਹਿਣਗੇ ਵੀ ਫਲਾਂ ਬੰਦੇ ਦੇ ਬੱਚੇ ਨੇ ਰੱਬ ਵਰਗੇ ਨੇ, ਪਿਓ ਦਾ ਦਾਦੇ ਦਾਦੀ ਦਾ ਕਿੰਨਾ ਸਤਿਕਾਰ ਕਰਦੇ ਨੇ, ਕਿੰਨਾ ਖਿਆਲ ਰੱਖਦੇ ਨੇ। ਤੇ ਜਿਹੜੇ ਬੱਚੇ ਐਵੇਂ ਨਹੀਂ ਕਰਦੇ, ਲੋਕ ਕਹਿੰਦੇ ਨੇ ਇਸ ਔਲਾਦ ਨਾਲੋਂ ਤੇ ਨਾ ਹੀ ਜੰਮਦੇ ਤੇ ਠੀਕ ਸੀ ਨਾ, ਗੰਦੀ ਔਲਾਦ, ਜਾਂ ਕਈ ਕੁਝ ਸ਼ਬਦ ਵਰਤਦੇ ਨੇ ਲੋਕ। ਤਾਂ ਦੇਖੋ ਸਿਸਟਮ ਹੈ ਨਾ, ਮੰਨੈ ਪਤ ਸਿਉ ਪ੍ਰਗਟ ਜਾਏ। ਸਮਾਜ ਦੇ ਵਿੱਚ ਹੁਣ ਮੈਂ ਤੁਹਾਡੀ ਇੱਜ਼ਤ ਕਰਾਂ, ਤੁਸੀਂ ਮੇਰੀ ਇੱਜ਼ਤ ਕਰੋ ਤਾਂ ਇੱਜ਼ਤ ਮਿਲੇਗਾ। ਪਿਆਰ ਦੇ ਨਾਲ ਬੋਲੀਏ, ਇੱਕ ਦੂਜੇ ਦਾ ਸਹਿਯੋਗ ਕਰੀਏ, ਤੁਸੀਂ ਮੇਰਾ ਸਹਿਯੋਗ ਕਰੋਗੇ ਤਾਂ ਮੇਰੇ ਕੋਲ ਤੁਹਾਨੂੰ ਮਾਣ ਆਦਰ ਸਤਿਕਾਰ ਮਿਲੇਗਾ। ਜੇ ਮੈਂ ਤੁਹਾਡਾ ਸਹਿਯੋਗ ਕਰਾਂਗਾ, ਤੁਹਾਡੇ ਕੋਲੋਂ ਮੈਨੂੰ ਮਾਣ ਆਦਰ ਸਤਿਕਾਰ ਮਿਲੇਗਾ। ਸਿਸਟਮ ਹੈ ਨਾ। ਜਿਹੜਾ ਇਸ ਸਿਸਟਮ ਨੂੰ, ਗੁਰੂ ਦੀ ਸਿੱਖਿਆ ਨੂੰ ਮੰਨ ਲਵੇਗਾ, ਉਹਨੂੰ ਮਾਣ ਮਿਲੇਗਾ, ਇੱਜ਼ਤ ਮਿਲੇਗੀ, ਸਤਿਕਾਰ ਮਿਲੇਗਾ। ਹੁਣ ਅਗਲੀ ਨਿਸ਼ਾਨੀ ਕੀ ਹੈ ਮੰਨਣ ਵਾਲਿਆਂ ਦੀ? ਦੇਖੋ ਇਹ ਉਹਨਾਂ ਦੀਆਂ ਨਿਸ਼ਾਨੀਆਂ ਨੇ ਜੋ ਮੰਨ ਰਹੇ ਨੇ। ਅਸੀਂ ਹੁਣ ਸਾਰੇ ਵੀਰਾਂ ਭੈਣਾਂ ਨੇ ਆਪਣੇ ਜੀਵਨ ਨੂੰ ਨਾਲ-ਨਾਲ ਪਰਖੀ ਜਾਣਾ ਕਿ ਕੀ ਸਾਡੇ ਜੀਵਨ ਦੇ ਵਿੱਚ ਕੋਈ ਰੁਕਾਵਟਾਂ ਤੇ ਨਹੀਂ ਖੜੀਆਂ, ਜਾਤੀਵਾਦ ਦੀਆਂ, ਮੇਰ ਤੀਰ ਦੀਆਂ, ਹੰਕਾਰ ਦੀਆਂ। ਕਿ ਸਾਡੇ ਘਰਾਂ ਦੇ ਵਿੱਚ ਕਲ ਕਲੇਸ਼ ਤੇ ਨਹੀਂ ਪਿਆ ਹੋਇਆ? ਕਿ ਸਾਨੂੰ ਹਰ ਰਿਸ਼ਤੇਦਾਰ ਭੈਣ ਭਰਾ ਤੋਂ ਇੱਜ਼ਤ ਮਾਨ ਸਤਿਕਾਰ ਮਿਲ ਰਿਹਾ ਹੈ? ਅਸੀਂ ਇਹ ਕਰਮ ਕੀਤੇ ਨੇ? ਜੇ ਕੀਤੇ ਨੇ ਤਾਂ ਸਾਡਾ ਜਪਜੀ ਸਾਹਿਬ ਪੜਿਆ ਹੋਇਆ ਸਫਲਾ ਹੈ, ਤੇ ਜੇ ਨਹੀਂ, ਕਿਤੇ ਕੁਝ ਗਲਤੀਆਂ ਭੁੱਲਾਂ ਹੋਈਆਂ ਨੇ ਤਾਂ ਉਹਨਾਂ ਨੂੰ ਹੁਣ ਛੱਡ ਦੇਣਾ ਹੈ। ਅਸੀਂ ਹੁਣ ਇਸ ਚੀਜ਼ ਨੂੰ ਅਪਣਾ ਲੈਣਾ ਹੈ ਤੇ ਬਾਕੀ ਦੀ ਜੋ ਜ਼ਿੰਦਗੀ ਬਚੀ ਹੈ ਖੁਸ਼ੀ ਨਾਲ, ਪਿਆਰ ਮੁਹੱਬਤ ਦੇ ਨਾਲ, ਮਾਨ ਸਤਿਕਾਰ ਵਾਲੀ ਜ਼ਿੰਦਗੀ ਜੀਣੀ ਹੈ। ਇੱਕ ਦੂਜੇ ਨੂੰ ਪਿਆਰ ਕਰਨਾ ਹੈ, ਇੱਕ ਦੂਜੇ ਤੋਂ ਪਿਆਰ ਲੈਣਾ ਹੈ। ਅਗਲੀ ਨਿਸ਼ਾਨੀ ਕੀ ਹੈ ਮੰਨਣ ਵਾਲੇ ਦੀ? ਮੰਨੈ ਮਗ ਨਾ ਚੱਲੇ ਪੰਥ। ਇੱਥੇ ਮਗ ਦੇ ਗੱਗੇ ਥੱਲੇ ਹੈ ਔਂਕੜ। ਮਗ ਦਾ ਮਤਲਬ ਰਾਸਤਾ ਤੇ ਪੰਥ ਦਾ ਮਤਲਬ ਹੈ ਭੇਖ, ਮਜ਼ਹਬ। ਮੰਨੈ, ਮਨਨ ਵਾਲਾ ਜੋ ਬੰਦਾ ਹੈ, ਮਨਨ ਕਰਕੇ
ਜੋ ਰੱਬੀ ਰਜ਼ਾ ਨੂੰ ਮੰਨਦਾ ਹੈ, ਰੱਬ ਦੇ ਭਾਣੇ ਨੂੰ ਮੰਨਦਾ ਹੈ, ਗੁਰੂ ਦੀ ਸੱਚੀ ਸਿੱਖਿਆ ਨੂੰ ਮੰਨਦਾ ਹੈ, ਜੋ ਹੁਕਮ ਰਜ਼ਾਈ ਚੱਲਦਾ ਹੈ, ਮਗ ਨਾ ਚੱਲੇ ਪੰਥ ਦਾ ਮਤਲਬ ਉਹ ਭੇਖਾਂ ਦੇ ਰਾਸਤਿਆਂ ਤੇ ਨਹੀਂ ਚੱਲਦਾ, ਉਹ ਮਜ਼ਹਬਾਂ ਦੇ ਚੱਕਰ ਵਿੱਚ ਨਹੀਂ ਪੈਂਦਾ। ਭੇਖ ਕਿਹੜੇ ਨੇ? ਹੁਣ ਦੇਖੋ ਕਿੰਨੇ ਸਾਰੇ ਧਰਮ ਨੇ ਅੱਜ ਦੀ ਡੇਟ ਵਿੱਚ, ਕਿੰਨੇ ਧਰਮ ਨੇ? ਮੇਰੇ ਖਿਆਲ ਚ 1200-1400 ਦੇ ਕਰੀਬ ਜਾਂ ਇਸ ਤੋਂ ਜ਼ਿਆਦਾ ਹੋ ਸਕਦੇ ਨੇ। 5-7 ਧਰਮ ਜਿਹੜੇ ਮੇਨ ਨੇ ਵੱਡੇ, ਉਹਨਾਂ ਦਾ ਸਾਨੂੰ ਪਤਾ। ਹੋਰ ਨਿੱਕੇ ਨਿੱਕੇ ਫਿਰਕੇ ਮਜ਼ਹਬ ਬਹੁਤ ਨੇ। ਹੁਣ ਉਹ ਇਹਨਾਂ ਰਾਸਤਿਆਂ ਤੇ ਨਹੀਂ ਚੱਲਦਾ। ਦੇਖੋ ਕਿੰਨੇ ਰਾਹ ਨੇ, ਇੰਨੇ ਧਾਰਮਿਕ ਲੋਕ ਨੇ, ਇੰਨੇ ਧਰਮਾਂ ਦੇ ਰਸਤੇ ਨੇ, ਪਰ ਦੁਨੀਆ ਦੇ ਵਿੱਚ ਕਿਤੇ ਸ਼ਾਂਤੀ ਦਿਸ ਨਹੀਂ ਰਹੀ। ਕਿੰਨੇ ਲੋਕ ਨੇ ਜੋ ਸਵੇਰੇ ਉੱਠਦਿਆਂ ਸਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਏਦਾਂ ਬਹਿ ਜਾਣਾ ਹੈ ਤੇ ਦਸਮ ਦੁਆਰ ਵਿੱਚ ਪ੍ਰਾਣ ਚੜਾਣੇ ਨੇ। ਉਹ ਬਹਿੰਦੇ ਨੇ 10-20 ਮਿੰਟ, ਅੱਧਾ ਘੰਟਾ, ਘੰਟਾ, 2 ਘੰਟੇ, ਬੜਾ ਆਨੰਦ ਆਇਆ ਜੀ। ਤੇ ਦੁਕਾਨ ਤੇ ਜਾਂਦਿਆਂ ਫਿਰ ਉਹ ਛਿੱਲ ਲਾਣੀ ਸ਼ੁਰੂ ਕਰਦੇ ਨੇ। ਸਮਾਧੀ ਤੋਂ ਉੱਠਦਿਆਂ ਸਾਰ ਫਿਰ ਉਹ ਘਰ ਵਾਲੀ ਦੇ ਦੁਆਲੇ ਹੋ ਜਾਣਾ ਵੀ ਆ ਪਰੌਂਠੇ ਪਕਾਏ ਨੇ, ਸੜੇ ਆਲੂ ਗਲੇ ਪਾ ਦਿੱਤੇ ਨੇ ਵਿੱਚ, ਮਿਰਚਾਂ ਸਬਜ਼ੀ ਵਿੱਚ ਤੇਜ਼ ਨੇ, ਬੱਚਿਆਂ ਨੂੰ ਕੁੱਟ ਕੱਢਣਗੇ, ਗੁਆਂਢੀਆਂ ਨਾਲ ਲੜ ਪੈਣਗੇ ਜਾਂ ਹੋਰ ਕੁਛ। ਤੇ ਸਮਾਧੀ ਕਿੱਧਰ ਗਈ? ਸ਼ਾਂਤੀ ਹੋਣੀ ਚਾਹੀਦੀ ਸੀ ਨਾ ਸਮਾਧੀ ਵਾਲੇ ਦੇ ਅੰਦਰ, ਸ਼ਾਂਤੀ ਪਰ ਨਹੀਂ ਹੈ। ਕਿੰਨੇ ਨੇ ਜਿਨ੍ਹਾਂ ਨੇ ਧਾਰਮਿਕ ਭੇਖ ਪਹਿਨੇ ਹੋਏ ਨੇ, ਮੇਰੇ ਵਰਗਿਆਂ ਨੇ, ਇੱਕ ਨਹੀਂ ਅਨੇਕਾਂ ਨੇ। ਹਰ ਧਰਮ ਦੇ ਆਪਣੇ ਆਪਣੇ ਚਿੰਨ੍ਹ ਨੇ, ਤਾਂ ਜਿਨ੍ਹਾਂ ਨੇ ਧਾਰਮਿਕ ਚਿੰਨ੍ਹ ਪਹਿਨੇ ਨੇ ਦਾ ਮਤਲਬ ਕਿ ਉਹ ਧਰਮੀ ਨੇ। ਪਰ ਇੱਥੇ ਤੇ ਧਾਰਮਿਕ ਚਿੰਨ੍ਹਾਂ ਵਾਲੇ ਜ਼ਿਆਦਾ ਲੜ ਰਹੇ ਨੇ। ਮੰਦਰਾਂ, ਮਸੀਤਾਂ, ਗੁਰਦੁਆਰਿਆਂ ਵਿੱਚ ਪੂਰਾ ਜੰਗ ਦਾ ਅਖਾੜਾ ਬਣਿਆ ਹੁੰਦਾ ਸਾਡੇ ਸਾਹਮਣੇ ਨਾ। ਸਾਰੇ ਨਹੀਂ ਐਸੇ, ਲੇਕਿਨ ਬਹੁਤੇ ਲੋਕ। ਤਾਂ ਫਿਰ ਧਰਮ ਕਿੱਧਰ ਗਿਆ? ਤੀਰਥਾਂ ਤੇ ਨਹਾਉਣ ਵਾਲੇ ਕਿੰਨੇ ਨੇ? ਅਸੀਂ ਪਿੱਛੇ ਗੱਲਾਂ ਕਰ ਰਹੇ ਆਏ, ਤਾਂ ਤੀਰਥਾਂ ਤੇ ਨਹਾਉਣਾ ਕਿੱਧਰ ਗਿਆ? ਪੁੰਨ ਦਾਨ ਕਰਨ ਵਾਲੇ ਕਿੰਨੇ ਲੋਕ ਨੇ, ਲੇਕਿਨ ਪੁੰਨ ਦਾਨ ਕਰਨ ਵਾਲਾ ਜਿਹੜਾ ਹੈ ਉਹਦੀ ਇਨਕਮ ਦਾ ਸੋਰਸਿਸ ਕੀ ਹੈ? ਕਿੱਧਰ ਗਿਆ ਫਿਰ ਉਹ ਧਰਮ? ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ ਉਹ ਇਹਨਾਂ ਭੇਖਾਂ ਦੇ ਰਾਹਾਂ ਤੇ ਨਹੀਂ ਤੁਰਦਾ। ਉਹਨੂੰ ਕੋਈ ਬਾਹਰੀ ਭੇਖ ਬਣਾਉਣ ਦੀ ਲੋੜ ਨਹੀਂ ਕਿ ਲੰਮਾ ਚੋਲਾ ਹੀ ਪਾਣਾ ਹੈ ਜਾਂ ਇਹ ਬਸਤਰ ਹੀ ਪਹਿਨਣੇ ਨੇ। ਭੇਖਾਂ ਦੇ ਰਾਹਾਂ ਤੇ ਨਹੀਂ ਤੁਰਦਾ, ਉਹ ਭੇਖ ਨਹੀਂ ਕਰਦਾ। ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੁੰਦਾ। ਉਹ ਅੰਦਰੋਂ ਬਾਹਰੋਂ ਇੱਕ ਹੈ। ਉਹਦੇ ਅੰਦਰ ਵੀ ਸੱਚ ਹੈ, ਉਹਦੇ ਬਾਹਰ ਵੀ ਸੱਚ ਹੈ, ਬੋਲਦਾ ਵੀ ਸੱਚ ਹੈ, ਕਰਮ ਵੀ ਸੱਚੇ ਕਰਦਾ ਹੈ। ਜੋ ਇਮਾਨਦਾਰੀ ਦੀ ਗੱਲ ਕਰ ਰਿਹਾ ਤੇ ਅੰਦਰ ਵੀ ਇਮਾਨਦਾਰੀ ਹੈ, ਬੋਲ ਵੀ ਇਮਾਨਦਾਰੀ ਵਾਲੇ ਨੇ, ਔਰ ਉਹਦਾ ਜੀਵਨ ਵੀ ਇਮਾਨਦਾਰੀ ਵਾਲਾ ਹੀ ਹੈ। ਤਾਂ ਮੰਨੈ ਮਗ ਨਾ ਚੱਲੇ ਪੰਥ, ਉਹ ਭੇਖਾਂ ਦੇ ਰਾਸਤਿਆਂ ਤੇ ਨਹੀਂ ਚੱਲਦਾ, ਭੇਖ ਧਾਰਨ ਨਹੀਂ ਕਰਦਾ, ਬਨੌਟੀ ਜ਼ਿੰਦਗੀ ਨਹੀਂ ਹੁੰਦੀ ਉਹਦੀ। ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਜੈਸਾ ਹੈ ਵੈਸਾ ਹੀ ਹੈ। ਸੱਚ ਹੈ ਅੰਦਰ, ਸੱਚ ਹੈ ਬੋਲਾਂ ਵਿੱਚ, ਸੱਚ ਹੈ ਵਿਹਾਰ ਦੇ ਅੰਦਰ, ਕਿਉਂਕਿ ਉਹਨੇ ਮੰਨ ਲਿਆ ਹੈ ਰੱਬ ਦੀ ਰਜ਼ਾ ਨੂੰ, ਭਾਣੇ ਨੂੰ, ਸਿਸਟਮ ਨੂੰ, ਕੁਦਰਤੀ ਨਿਯਮਾਂ ਨੂੰ, ਗੁਰੂ ਦੀ ਪਾਵਨ ਬਾਣੀ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ, ਗੁਰੂ ਦੇ ਸਿਧਾਂਤਾਂ ਨੂੰ। ਗਿਆਨ ਮੁਤਾਬਕ ਉਹ ਜ਼ਿੰਦਗੀ ਜੀ ਰਿਹਾ ਹੈ। ਉਹਦੇ ਅੰਦਰ ਕਾਮਨ ਸੈਂਸ ਹੈ, ਸਾਰਿਆਂ ਦੇ ਵਿੱਚ ਉਹ ਰੱਬ ਨੂੰ ਵੇਖਦਾ ਹੈ। ਉਹ ਕੇਵਲ ਕਹਿੰਦਾ ਹੀ ਨਹੀਂ, ਕਹਿੰਦੇ ਤੇ ਅਸੀਂ ਸਾਰੇ ਹਾਂ, ਪਰ ਜਿਹਨੇ ਮੰਨ ਲਿਆ ਉਹਦੇ ਅੰਦਰ ਫਿਰ ਇਹ ਵਿਖੇਪਤਾ ਨਹੀਂ ਰਹਿੰਦੀ। ਉਹਨੂੰ ਕੀ ਮਿਲਦਾ ਹੈ? ਮੰਨੈ ਧਰਮ ਸੇਤੀ ਸੰਬੰਧ। ਇੱਥੇ ਧਰਮ ਦੇ ਮੰਮੇ ਥੱਲੇ ਔਂਕੜ ਆਉਣਾ ਚਾਹੀਦਾ ਸੀ, ਪਰ ਨਹੀਂ ਹੈ, ਕਿਉਂਕਿ ਧਰਮ ਇੱਕ ਹੁੰਦਾ ਨਾ। ਹੁਣ ਧਰਮ ਦਾ ਔਂਕੜ ਕਿਉਂ ਹਟਾਇਆ ਹੈ? ਸੰਬੰਧ ਔਰ ਧਰਮ ਦੇ ਦਰਮਿਆਨ ਸ਼ਬਦ ਹੈ ਸੇਤੀ। ਇਹ ਸੰਬੰਧ ਕੀ ਸ਼ਬਦ ਹੈ। ਜਦੋਂ ਦੋ ਸ਼ਬਦਾਂ ਦੇ ਅੰਦਰ ਸੰਬੰਧ ਕੀ ਸ਼ਬਦ ਆਉਂਦਾ ਹੈ ਨਾ, ਤਾਂ ਔਂਕੜ ਜਿਹੜਾ ਹੈ ਉਹਦਾ ਹਟਾ ਦਿੱਤਾ ਜਾਂਦਾ ਹੈ ਪਹਿਲੇ ਸ਼ਬਦ ਦਾ। ਇੱਥੇ ਧਰਮ ਬਹੁਵਚਨੀ ਨਹੀਂ ਹੈ, ਸਿੰਗੂਲਰ ਸ਼ਬਦ ਹੈ। ਇਹਦਾ ਔਂਕੜ ਸੇਤੀ ਕਰਕੇ ਉਤਰਿਆ ਹੈ। ਮੰਨੈ ਧਰਮ ਸੇਤੀ ਸੰਬੰਧ। ਸੇਤੀ ਦਾ ਮਤਲਬ ਨਾਲ, ਸੰਬੰਧ ਦਾ ਮਤਲਬ ਸੰਬੰਧ। ਨਾਮ ਨੂੰ, ਰਜ਼ਾ ਨੂੰ, ਭਾਣੇ ਨੂੰ, ਸੱਚ ਨੂੰ, ਗੁਰੂ ਗਿਆਨ ਨੂੰ, ਗੁਰੂ ਦੀ ਫਿਲਾਸਫੀ ਨੂੰ ਮਨਨ ਕਰਕੇ ਉਹਦਾ ਧਰਮ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ, ਧਰਮ ਨਾਲ ਸੰਬੰਧ ਬਣ ਜਾਂਦਾ ਉਹਦਾ। ਦੇਖੋ ਪਹਿਲੋਂ ਕਿਹਾ ਸੀ ਪੰਥ, ਪੰਥ ਦਾ ਮਤਲਬ ਭੇਖ, ਮਜ਼ਹਬ, ਫਿਰਕੇ। ਉਹਦਾ ਫਿਰਕਿਆਂ ਨਾਲ, ਭੇਖ ਧਾਰਨ ਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ, ਉਹਦਾ ਧਰਮ ਦੇ ਨਾਲ ਡਾਇਰੈਕਟ ਸੰਬੰਧ ਬਣ ਜਾਂਦਾ ਹੈ। ਤੇ ਧਰਮ ਕੀ ਹੈ? ਆਪਾਂ ਪਹਿਲਾਂ ਧਰਮ ਦੀ ਡੈਫੀਨੇਸ਼ਨ ਲਿਖੀ ਸੀ ਨਾ,
ਕਿੰਨਾ ਕਿੰਨਾ ਨੂੰ ਯਾਦ ਹੈ? ਥੋੜਾ ਹੱਥ ਖੜਾ ਕਰੋਗੇ? ਵਾਹ ਜੀ ਵਾਹ, ਕੀ ਬਾਤ, ਬਹੁਤ ਵਧੀਆ। ਧਰਮ ਦੀ ਡੈਫੀਨੇਸ਼ਨ ਸੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤੇ ਗੁਰੂ ਜੀ ਪਾਵਨ ਬਾਣੀ ਵਿੱਚ ਕਹਿ ਰਹੇ ਨੇ, ਏਕੋ ਧਰਮ ਦ੍ਰਿੜੈ ਸੱਚ ਕੋਈ। ਸੱਚ ਨੂੰ ਜਾਣ ਲੈਣਾ, ਸੱਚ ਨੂੰ ਅਪਣਾ ਲੈਣਾ ਹੀ ਇੱਕੋ ਇੱਕ ਧਰਮ ਹੈ ਸਾਰੀ ਮਨੁੱਖਤਾ ਦਾ। ਤੇ ਜਿਹੜਾ ਨਾਮ ਨੂੰ ਯਾਨੀ ਰੱਬੀ ਹੁਕਮ ਨੂੰ ਮੰਨਦਾ ਹੈ, ਸੱਚ ਨੂੰ ਮੰਨਦਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ। ਉਹਦੀ ਮਾਨਸਿਕਤਾ ਵਿੱਚ ਔਰ ਸੱਚ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ, ਸੱਚ ਦੇ ਨਾਲ ਜੁੜਿਆ ਹੋਇਆ ਹੈ। ਮੰਨੈ ਧਰਮ ਸੇਤੀ ਸੰਬੰਧ। ਨਾਮ ਨੂੰ ਜੋ ਰੱਬ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਉਹਦਾ ਧਰਮ ਦੇ ਨਾਲ ਸਿੱਧਾ ਸੰਬੰਧ ਬਣ ਜਾਏਗਾ। ਹੁਣ ਧਰਮ ਦਾ ਸੰਬੰਧ ਜੰਗਲਾਂ ਨਾਲ ਹੈ ਹੀ ਨਹੀਂ, ਧਰਮ ਦਾ ਸੰਬੰਧ ਮਾਲਾ ਨਾਲ ਨਹੀਂ ਹੈ, ਧਰਮ ਦਾ ਸੰਬੰਧ ਸਮਾਧੀਆਂ ਲਾਉਣ ਨਾਲ ਨਹੀਂ ਹੈ। ਇਹਨਾਂ ਚੀਜ਼ਾਂ ਦਾ ਧਰਮ ਦੇ ਨਾਲ ਕੋਈ ਨਾਤਾ ਹੀ ਨਹੀਂ। ਧਰਮ ਤਾਂ ਸੱਚ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਜਿਵੇਂ ਇੱਕ ਔਰਤ ਹੈ ਨਾ, ਤਾਂ ਔਰਤ ਬੇਟੀ ਹੈ, ਔਰਤ ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਹੈ, ਸੱਸ ਹੈ, ਦਰਾਣੀ ਜਠਾਣੀ ਹੈ। ਇੰਨੇ ਰਿਸ਼ਤੇ ਨੇ ਉਹਦੇ। ਜਿੰਨੇ ਰਿਸ਼ਤੇ ਨੇ ਇੰਨੇ ਹੀ ਔਰਤ ਦੇ ਫਰਜ਼ ਨੇ। ਸੱਚ ਨੂੰ ਇਮਾਨਦਾਰੀ, ਸੱਚ ਨੂੰ ਬੇਸ ਬਣਾ ਕੇ ਇਮਾਨਦਾਰੀ ਦੇ ਨਾਲ ਹਰ ਔਰਤ ਆਪਣੇ ਇਹਨਾਂ ਫਰਜ਼ਾਂ ਨੂੰ ਪੂਰੀਆਂ ਕਰੇ, ਇਹ ਔਰਤ ਦਾ ਧਰਮ। ਤੇ ਬੰਦਾ ਬੇਟਾ ਹੈ ਕਿਸੇ ਦਾ, ਭਰਾ ਹੈ, ਪਤੀ ਹੈ, ਜਵਾਈ ਹੈ, ਸਹੁਰਾ ਹੈ, ਚਾਚਾ ਤਾਇਆ ਹੈ, ਭਤੀਜਾ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਸੱਚ ਨੂੰ ਆਧਾਰ ਬਣਾ ਕੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ, ਇਹ ਬੰਦੇ ਦਾ ਧਰਮ ਹੈ। ਤੇ ਇਹ ਧਰਮ ਇਹ ਇੱਥੇ ਹੀ ਖਤਮ ਨਹੀਂ ਹੁੰਦਾ। ਫਰਜ਼ ਜਿਹੜਾ ਵੱਡਾ ਯੂਨੀਵਰਸ ਹੈ, ਓਡਾ ਵੱਡਾ ਹੀ ਧਰਮ ਹੈ, ਓਡੇ ਵੱਡੇ ਹੀ ਫਰਜ਼ ਨੇ। ਤੁਹਾਡੇ ਵਨਸਪਤੀ ਲਈ ਕੀ ਫਰਜ਼ ਨੇ, ਤੁਹਾਡੇ ਹਵਾ ਲਈ ਕੀ ਫਰਜ਼ ਨੇ, ਧਰਤੀ ਲਈ ਕੀ ਫਰਜ਼ ਨੇ, ਮਨੁੱਖਤਾ ਲਈ ਕੀ ਫਰਜ਼ ਨੇ, ਪਸ਼ੂ ਪੰਛੀਆਂ ਵਾਸਤੇ ਕੀ ਫਰਜ਼ ਨੇ। ਇਹਨਾਂ ਫਰਜ਼ਾਂ ਨੂੰ ਜੇ ਹਰ ਇਨਸਾਨ ਇਮਾਨਦਾਰੀ ਨਾਲ ਪੂਰਾ ਕਰੇ ਤਾਂ ਦੱਸੋ ਇਸ ਦੁਨੀਆ ਵਿੱਚ ਕੋਈ ਸਮੱਸਿਆ ਹੈ? ਬਿਲਕੁਲ ਵੀ ਨਹੀਂ। ਤਾਂ ਜਿਹੜਾ ਰੱਬ ਦੀ ਰਜ਼ਾ ਨੂੰ ਮੰਨਦਾ ਹੈ, ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ। ਉਹ ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ। ਤਾਂ ਦੇਖੋ ਕਿੰਨਾ ਸੌਖਾ ਰਸਤਾ ਹੈ, ਪਰ ਅਸੀਂ ਧਰਮ ਨੂੰ ਕਿੰਨਾ ਔਖਾ ਬਣਾ ਕੇ ਪੇਸ਼ ਕੀਤਾ ਹੈ, ਜਿਸ ਕਰਕੇ ਅੱਜ ਬੰਦਾ ਧਰਮ ਤੋਂ ਹੀ ਦੂਰ ਜਾ ਰਿਹਾ ਹੈ। ਕਈ ਲੋਕ ਕਹਿੰਦੇ ਨੇ ਧਰਮ ਔਰ ਰਾਜਨੀਤੀ ਵੱਖਰੀ ਹੈ, ਧਰਮ ਔਰ ਸਾਇੰਸ ਵੱਖਰੀ ਹੈ। ਉਹ ਧਰਮ ਦੀ ਡੈਫੀਨੇਸ਼ਨ ਹੀ ਤੁਸੀਂ ਐਸੀ ਬਣਾਈ ਹੈ ਕਿ ਜਿਸਨੇ ਵਖੇਵੇਂ ਪੈਦਾ ਕੀਤੇ ਨੇ। ਸਾਇੰਟਿਸਟ, ਡਾਕਟਰ ਲੋਕ ਆਪਣੇ ਫਰਜ਼ ਪੂਰੇ ਕਰ ਰਹੇ ਨੇ। ਜੇ ਉਹਨਾਂ ਨੇ ਫਰਜ਼ ਪੂਰੇ ਨਾ ਕੀਤੇ ਹੁੰਦੇ, ਦਵਾਈਆਂ ਦਾਰੂ ਵਗੈਰਾ, ਜੇ ਹੁਣ ਕੋਰੋਨਾ ਹੈ ਤਾਂ ਜੇ ਵੈਕਸੀਨ ਵਾਸਤੇ ਰਿਸਰਚ ਚੱਲ ਰਹੀ ਹੈ ਨਾ, ਸਰਚ, ਤੇ ਉਹ ਕਿਹਨਾਂ ਨੇ ਲੱਭਣੀ ਹੈ? ਅਸੀਂ ਤੇ ਲੱਭਣੀ ਨਹੀਂ, ਡਾਕਟਰਾਂ ਨੇ ਲੱਭਣੀ ਹੈ, ਵਿਗਿਆਨਿਕ ਹੀ ਲੱਭਣਗੇ। ਉਹ ਆਪਣੇ ਫਰਜ਼ ਪੂਰੇ ਕਰਦੇ ਨੇ। ਇਮਾਨਦਾਰੀ ਨਾਲ ਫਰਜ਼ ਪੂਰੇ ਕਰਨਾ ਹੀ ਧਰਮ ਹੈ। ਤਾਂ ਉਹਦਾ ਸੰਬੰਧ ਬਣ ਜਾਂਦਾ ਧਰਮ ਦੇ ਨਾਲ। ਇਸ ਲਈ ਗੁਰੂ ਜੀ ਸਾਨੂੰ ਧਰਮੀ ਬਣਨ ਵਾਸਤੇ ਪ੍ਰੇਰ ਰਹੇ ਨੇ। ਧਰਮੀ ਦਿਸਣਾ ਹੋਰ ਗੱਲ ਹੈ, ਧਰਮੀ ਹੋਣਾ ਹੋਰ ਗੱਲ। ਧਰਮੀ ਤੇ ਮੈਂ ਦਿਸ ਰਿਹਾ, ਦਸਤਾਰ ਬੰਨੀ, ਬੜੀ ਸੋਹਣੀ ਕਿਰਪਾਨ ਪਾਈ, ਚਿਹਰਾ ਪਾਇਆ, ਧਰਮੀ ਤੇ ਦਿਸ ਰਿਹਾ। ਪਰ ਮੈਂ ਧਰਮੀ ਹੋਵਾਂ ਦਿਸਣ ਦੇ ਨਾਲ ਕੋਈ ਜ਼ਰੂਰੀ ਨਹੀਂ ਹੈ, ਧਰਮੀ ਹੋਣਾ ਜ਼ਰੂਰੀ ਹੈ। ਅਗਲਾ ਬਚਨ ਕਰਦੇ ਨੇ, ਐਸਾ ਨਾਮ ਨਿਰੰਜਨ ਹੋਏ। ਇਹੋ ਜਿਹਾ ਹੈ ਰੱਬ ਦਾ ਹੁਕਮ, ਸਿਸਟਮ। ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਇਹੋ ਜਿਹਾ ਹੈ ਰੱਬ ਦਾ ਹੁਕਮ, ਜਿਸ ਨੂੰ ਮੰਨਣ ਦੇ ਨਾਲ ਕੂੜ ਦੀ ਪਾਲ ਟੁੱਟ ਜਾਂਦੀ ਹੈ, ਬੰਦਾ ਸਚਿਆਰ ਹੋ ਜਾਂਦਾ ਹੈ। ਇਹੋ ਜਿਹਾ ਹੈ ਸਾਰਾ ਲਾ ਆਫ ਨੇਚਰ। ਐਸੀ ਹੈ ਗੁਰੂ ਦੀ ਸਿੱਖਿਆ, ਐਸਾ ਹੈ ਗੁਰੂ ਦਾ ਦਿੱਤਾ ਵੇ ਆਫ ਲਾਈਫ। ਐਸੀ ਮਹਾਨ ਹੈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਸ ਨੂੰ ਮੰਨਣ ਦੇ ਨਾਲ ਬੰਦਾ ਨਿਰਲੇਪ ਹੋ ਜਾਂਦਾ ਹੈ, ਕਮਲ ਵਰਗਾ। ਪਾਣੀ ਵਿੱਚ ਨਿਰਲੇਪ, ਸੰਸਾਰ ਦੇ ਅੰਦਰ ਉਹ ਬੰਦਾ ਨਿਰਲੇਪ ਹੈ, ਮੇਰ ਤੇਰ ਦੇ ਵਿਤਕਰਿਆਂ ਤੋਂ, ਜਾਤੀਵਾਦ ਤੋਂ, ਊਚ ਨੀਚ ਤੋਂ, ਛੂਆ ਛਾਤ ਤੋਂ, ਆਪਣੇ ਪਰਾਏ ਦੇ ਵਿਤਕਰਿਆਂ ਤੋਂ ਬਿਲਕੁਲ ਨਿਰਲੇਪ।
उस बंदे दे अंदर कमल वर्गी कोमलता है, उदा हिरदा कोमल है, हिरदा कोमल है, बिल्कुल भी ਉਹਦੇ ਅੰਦਰ ਕਠੋਰਤਾ ਨਹੀਂ ਹੈ, ਉਹਦਾ ਹਿਰਦਾ ਪਿੰਗਲਦਾ ਹੈ। ਤਾਂ ਤੁਸੀਂ ਇੱਕ ਨਿੱਕੀ ਜੀ ਵੀਡੀਓ ਦੇਖੀ ਨਾ, ਲੋਕ ਮਜ਼ਦੂਰ ਪੈਦਲ ਜਾ ਰਹੇ ਨੇ ਆਪਣੇ ਘਰਾਂ ਨੂੰ, ਸੈਂਕੜੇ ਮੀਲ ਸਫ਼ਰ ਕਰਕੇ, ਹਜ਼ਾਰ ਕਿਲੋਮੀਟਰ ਪੈਦਲ ਤੁਰੇ ਜਾ ਰਹੇ ਨੇ, ਤੇ ਇੱਕ ਬੰਦਾ ਔਰ ਉਸਦੀ ਪਤਨੀ, ਤੇ ਇੱਕ ਪਤਨੀ ਨੇ ਕੁੜੀ ਫੜੀ ਹੋਈ ਹੈ ਤੇ ਬੰਦੇ ਨੇ ਮੁੰਡਾ ਚੁੱਕਿਆ ਹੋਇਆ ਹੈ, ਉਹ ਜਾ ਰਹੇ ਨੇ। ਉਹਨਾਂ ਨੂੰ ਰਾਸਤੇ ਵਿੱਚ ਪੁਲਿਸ ਰੋਕਦੀ ਹੈ, ਕਿੱਧਰ ਜਾ ਰਹੇ ਹੋ, ਕਿੱਧਰ ਤੁਰੇ ਜਾ ਰਹੇ ਹੋ? ਤੇ ਉਹ ਕਹਿੰਦਾ ਸਾਹਿਬ ਸਾਨੂੰ ਮਾਰਿਓ ਨਾ, ਅਸੀਂ ਇੱਥੇ ਹੀ ਰੁਕ ਜਾਂਦੇ ਹਾਂ, ਕੋਈ ਗੱਲ ਨਹੀਂ, ਅਸੀਂ ਇੱਥੇ ਰੁਕ ਜਾਂਦੇ ਹਾਂ, ਅਸੀਂ ਆਪਣੇ ਘਰਾਂ ਨੂੰ ਜਾ ਰਹੇ ਹਾਂ। ਤੇ ਉਹ ਬੰਦੇ ਨੇ ਆਪਣੇ ਘਰ ਵਾਲੀ ਨੂੰ ਹਾਲੇ ਤੱਕ ਵੀ ਨਹੀਂ ਦੱਸਿਆ, ਤੇ ਪੁਲਿਸ ਵਾਲੇ ਕਹਿੰਦੇ ਨੇ ਤੁਹਾਡਾ ਬੱਚਾ, ਤੁਸੀਂ ਭੁੱਖੇ ਤੇ ਨਹੀਂ, ਬੱਚਾ ਤੁਹਾਡਾ, ਤੁਸੀਂ ਇੰਨੀ ਦੂਰ ਬੱਚੇ ਨੂੰ ਲੈ ਕੇ ਜਾ ਰਹੇ ਹੋ ਤੇ ਭੁੱਖਾ ਕਿਵੇਂ? ਉਹ ਕਹਿੰਦਾ ਮਾਲਕ ਬੱਚਾ ਤੇ ਰਿਹਾ ਹੀ ਨਹੀਂ, ਬੱਚਾ ਤੇ ਮਰ ਚੁੱਕਾ ਹੈ ਭੁੱਖ ਦੇ ਨਾਲ। ਤੇ ਉਹ ਬੱਚੇ ਦੀ ਲਾਸ਼ ਥੱਲੇ ਰੱਖ ਦਿੰਦਾ, ਤੁਸੀਂ ਵੀਡੀਓ ਦੇਖੀ ਹੋਣੀ ਹੈ। ਤੇ ਉਹਦੀ ਘਰ ਵਾਲੀ ਨੂੰ ਉਦੋਂ ਪਤਾ ਲੱਗਦਾ ਵੀ ਬੱਚਾ ਮਰ ਗਿਆ, ਉਹ ਫੁੱਟ ਕੇ ਰੋ ਰਹੀ ਹੈ। ਜੇ ਸਾਡੇ ਰਾਜਨੀਤਿਕ ਲੋਕਾਂ ਦੇ ਹਿਰਦੇ ਵਿੱਚ ਕੋਮਲਤਾ ਹੁੰਦੀ, ਉਹਨਾਂ ਲੋਕਾਂ ਨੇ ਸਿਸਟਮ ਨੂੰ ਫੋਲੋ ਕੀਤਾ ਹੁੰਦਾ, ਤਾਂ ਐਸੀਆਂ ਘਟਨਾਵਾਂ ਨਹੀਂ ਸੀ ਨਾ ਵਾਪਰਨੀਆਂ। ਕਿੰਨੇ ਕਠੋਰ ਹਿਰਦੇ ਹੋਣਗੇ ਉਹ, ਕਿੰਨੇ ਕਠੋਰ ਹਿਰਦੇ ਹੋਣਗੇ ਉਹ ਜੋ ਜਾਤੀਵਾਦ ਕਰਕੇ ਕਿਸੇ ਨੂੰ ਨੀਵਾਂ ਵਿਖਾਉਂਦੇ ਨੇ। ਕਿੰਨੇ ਕਠੋਰ ਹਿਰਦੇ ਹੋਣਗੇ ਉਹ ਜੋ ਆਪਣੀਆਂ ਨੂੰਹਾਂ ਨੂੰ ਦਹੇਜ ਘੱਟ ਲਿਆਉਣ ਕਰਕੇ ਸਾੜ ਦਿੰਦੇ ਨੇ ਜਾਂ ਮਾਰ ਕਟਾਈ ਕਰਦੇ ਨੇ। ਕਿੰਨੇ ਕਠੋਰ ਹਿਰਦੇ ਹੋਣਗੇ ਉਹ ਲੋਕ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਹੀ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਹੈ, ਜਾਂ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਹੀ ਬਿਰਧ ਆਸ਼ਰਮ ਵਿੱਚ ਭੇਜ ਦਿੱਤਾ ਹੈ। ਕਿੰਨੇ ਕਠੋਰ ਹੋਣਗੇ ਉਹ ਭਰਾ ਜਿਨ੍ਹਾਂ ਨੇ ਭਰਾਵਾਂ ਨੂੰ ਕੁਛ ਪੈਲੀ ਕਰਕੇ, ਪੈਸੇ ਕਰਕੇ ਕਤਲ ਕਰ ਦਿੱਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਉਂਕਿ ਉਹ ਟੁੱਟੇ ਨੇ ਸਿਸਟਮ ਨਾਲੋਂ, ਉਹ ਟੁੱਟੇ ਨੇ ਸੱਚ ਨਾਲੋਂ। ਉਹਨਾਂ ਨੇ ਨਹੀਂ ਸਮਝਿਆ ਰੱਬ ਦੀ ਇਸ ਕੁਦਰਤ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਨਾਮ ਨੂੰ, ਰੱਬ ਦੇ ਗੁਣਾਂ ਨੂੰ। ਇਹੋ ਜਿਹਾ ਨਾਮ ਹੈ ਰੱਬ ਦਾ, ਇਹੋ ਜਿਹਾ ਹੁਕਮ ਹੈ ਰੱਬ ਦਾ, ਜੇ ਕੋਈ ਮੰਨ ਲਵੇ ਤਾਂ ਉਹ ਇੰਨਾ ਮਹਾਨ ਹੋ ਜਾਂਦਾ ਹੈ, ਕਿੰਨਾ ਮਹਾਨ ਕਿ ਕੋਈ ਰੁਕਾਵਟ ਉਹਨੂੰ ਆਤਮਿਕ ਜੀਵਨ ਤੇ ਤੁਰਨ ਤੋਂ ਰੋਕ ਨਹੀਂ ਸਕਦੀ। ਉਹਨੂੰ ਇਸ ਦੁਨੀਆ ਵਿੱਚ ਮਾਣ, ਇੱਜ਼ਤ ਔਰ ਸਤਿਕਾਰ ਮਿਲਦਾ ਹੈ। ਜੋ ਨਾਮ ਨੂੰ ਮੰਨਣ ਵਾਲਾ ਬੰਦਾ ਹੈ ਉਹ ਭੇਖਾਂ ਦੇ ਰਾਸਤੇ ਉੱਤੇ, ਮਜ਼ਹਬਾਂ ਦੇ ਰਾਹਾਂ ਦੇ ਵਿੱਚ ਨਹੀਂ ਤੁਰਦਾ, ਉਹ ਭੇਖੀ ਨਹੀਂ ਹੁੰਦਾ, ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ। ਪਰ ਕਿਵੇਂ ਹੋਏਗਾ? ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਇਸ ਸੱਚ ਨੂੰ, ਗੁਰੂ ਦੀ ਸਿੱਖਿਆ ਨੂੰ, ਰੱਬ ਦੀ ਰਜ਼ਾ ਭਾਣੇ ਨੂੰ ਆਪਣੇ ਮਨ ਦੇ ਅੰਦਰ ਮਨਨ ਕਰਨਾ ਜਾਣਦਾ ਹੋਵੇ, ਜੇ ਕੋਈ ਇਹਨੂੰ ਮੰਨ ਲਵੇ, ਜੇ ਕੋਈ ਅਮਲ ਕਰੇ ਤਾਂ ਇੰਨਾ ਮਹਾਨ ਹੈ। ਦੇਖੋ ਬਾਣੀ ਕਿੰਨੀ ਮਹਾਨ ਹੈ। ਜੇ ਅਸੀਂ ਇਸ ਚੀਜ਼ ਨੂੰ ਮੰਨ ਲਈਏ, ਹੁਣ ਇਹ ਗੱਲਾਂ ਸੁਣ ਕੇ ਇੰਨੀ ਖੁਸ਼ੀ ਹੋ ਰਹੀ ਹੈ ਨਾ ਕਿ ਵਾਸਤਵ ਦੇ ਅੰਦਰ ਇਹ ਮਹਾਨਤਾ ਮਿਲ ਸਕਦੀ ਹੈ, ਐਸੀ ਦੁਨੀਆ ਹੋ ਸਕਦੀ ਹੈ। ਕਿੰਨੀ ਸ਼ਾਂਤੀ ਵਰਤਦੀ ਹੈ ਨਾ ਇਹ ਗੱਲਾਂ ਕਰਕੇ ਔਰ ਸੁਣ ਕੇ। ਤੇ ਜੇ ਇਹਨਾਂ ਚੀਜ਼ਾਂ ਤੇ ਅਮਲ ਕਰ ਲਿਆ ਜਾਏ ਤਾਂ ਉਸ ਮਨੁੱਖ ਦਾ ਜੀਵਨ ਕਿੰਨਾ ਮਹਾਨ ਹੋ ਜਾਏਗਾ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਲਈ ਅਸੀਂ ਕਲਾਸ ਵਿੱਚ ਆ ਰਹੇ ਹਾਂ, ਸਾਰੇ ਵੀਰ ਭੈਣਾਂ, ਮੈਂ ਵੀ, ਤੁਸੀਂ ਵੀ, ਅਸੀਂ ਸਾਰੇ ਗੁਰੂ ਦੇ ਬੱਚੇ ਹਾਂ। ਉਮਰ ਕਰਕੇ ਕੋਈ ਵੱਡਾ ਹੈ, ਕੋਈ 4 ਸਾਲ ਛੋਟਾ ਹੈ, ਉਮਰ ਦੇ ਹਿਸਾਬ ਨਾਲ ਇੱਕ ਦੂਜੇ ਨਾਲ ਪਿਆਰ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਵੈਸੇ ਅਸੀਂ ਇੱਕੋ ਹੀ ਹਾਂ ਸਾਰੇ, ਕੋਈ ਉੱਚਾ ਨੀਵਾਂ ਨਹੀਂ ਹੈ। ਅਸੀਂ ਸਾਰਿਆਂ ਨੇ ਇਸ ਲੈਵਲ ਦਾ ਜੀਵਨ ਬਣਾਉਣ ਦਾ ਯਤਨ ਕਰਨਾ ਹੈ। ਅਸੀਂ ਰੋਲ ਮਾਡਲ ਬਣਨ ਦਾ ਯਤਨ ਕਰਨਾ ਹੈ। ਅਸੀਂ ਆਪਣੇ ਆਪ ਨੂੰ ਐਸਾ ਮਹਾਨ ਬਣਾਉਣ ਦਾ ਯਤਨ ਕਰਨਾ ਹੈ, ਔਰ ਐਸਾ ਮਹਾਨ ਹੋਇਆ ਜਾ ਸਕਦਾ ਹੈ। ਇਹ ਇੰਪੋਸੀਬਲ ਨਹੀਂ ਹੈ, ਇਹ ਪੋਸੀਬਲ ਹੈ। ਲੇਕਿਨ ਜੇ ਕੋਈ ਮੰਨਣਾ ਚਾਹੇ ਤਾਂ ਅਗਲਾ ਬਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਮੰਨੈ ਪਾਵਹਿ ਮੋਖ ਦੁਆਰ। ਇੱਥੇ ਜੇ ਇੱਕ ਦੀ ਗੱਲ ਹੁੰਦੀ ਨਾ ਤਾਂ ਫਿਰ ਸ਼ਬਦ ਹੋਣਾ ਸੀ ਪਾਵਹਿ, ਪੱਪੇ ਨਾਲ ਕੰਨਾ, ਵਵੇ ਨਾਲ ਦੁਲਾਵਾਂ। ਲੇਕਿਨ ਇੱਥੇ ਪੱਪੇ ਨਾਲ ਕੰਨਾ, ਵੱਵਾ ਔਰ ਹਾਹੇ ਨਾਲ ਸਿਹਾਰੀ ਹੈ, ਤੇ ਪਾਣਾ ਕਿਰਿਆਵਾਚੀ ਸ਼ਬਦ ਹੈ। ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਅੱਖਰ ਹਾਹੇ ਦੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਔਰ ਉਸ ਦੇ ਨਾਲ ਬਿੰਦੀ ਦਾ ਉਚਾਰਨ ਕਰਨਾ ਹੁੰਦਾ ਹੈ। ਇਹਦਾ ਪਾਠ ਹੋਏਗਾ ਮੰਨੈ ਪਾਵਹਿ
मोख द्वार का मतलब मोक्ष का रास्ता, मुक्ति, मुक्ति का दर। यानी मनन करके लोग मुक्ति का राह पा लेंदे ने, मुक्ति का दर पा लेंदे ने, मुकत हो जाते हैं। हुण मुकत कौन है? साडी हर शै नूं मरण तो बाद जोड़िया गया, कोई मरण तो बाद मुक्ति मिलेगी, मरण तो बाद स्वर्ग मिलेगा, इत्थे दान दिओ तुहानूं अगे 70 गुणा मिलणगे कहंदे ने ना। ते किसी दान देण वाले कहण वाले पुजारी नूं कहो भी ऐदां करो भी भाई जी तुसीं सानूं 10,000 रुपया दे दिओ, अगे तुहानूं 70,000 मिल जाएगा, अगे 70,000 मिल जाएगा, 7 लाख मिल जाएगा। हुण तुसीं सानूं 1000 दिओ, तुहानूं अगे 70,000 मिल जाएगा। लेकिन एवें कदी किसी ने कीता है? किसी पुजारी नूं, मेरे वर्गे भाई नूं कहो भी भाई जी सानूं रोज परौंठे परौंठे खवाया करो, अगे जाओगे तुहानूं परौंठियां दा ढेर मिलेगा, खीर मिलेगी, कड़ाह मिलणगे, गुलाब जामुन, रसगुल्ले, बर्फी, पकौड़े, पीजे, बर्गर, भाई तुहानूं अगे 70 गुणा मिलणगे। सानूं ये कोठी दान कर दिओ, तुहानूं अगे 70 कोठियां मिल जाणगीਆਂ। कदे किसी पुजारी ने दान कीता? उन्हां नूं पता है अगे नहीं मिलना। इमोशनल ब्लैकमेल कीता जांदा ना। हुण तुहानूं कोई कहे भी इदां करो तुसीं जमीन दी रजिस्ट्री करा दिओ ते पैसे तुहानूं 10 साल बाद दे देंगे, कोठी का कब्जा अज दे दिओ, रजिस्ट्री साडे नाल करा दिओ ते पैसे 10 साल बाद कोई करेगा एवें? जां इंज कहे भी इदां करो भी आ कोठी सानूं दे दिओ, करोड़ दी कोठी ते मरण तो बाद फिर स्वर्ग विच दे देंगे, नाले तुहाडे करोड़ कम आएगा। एवें नहीं ना हुंदा। ते काम चंगे इत्थे करो ते अगे मुक्ति मिले। बाणी एडी सस्ती कर दित्ती, रोटी हुण खाओ, भुख हुणे मिट जांदी है, पानी हुण पीओ, प्यास हुणे मिट जांदी है। ते जे हुण तुहानूं कोई कहे भी शरबत बनिया है ते प्यास तुहानूं लगी है, शरबत हुण पी लो ते प्यास तुहाडी 15 दिन बाद मिटेगी, ते 15 दिन ते बंदा वैसे ही मर जाएगा ना। परौंठे हुण खा लो, आ मूली गोभी वाले बने ने बड़े वधिया, ते भुख महीने बाद मिटेगी, उन्हां कहना बेवकूफ है। हुण रोटी हुण खाओ, भुख हुणे मिटदी है, पानी हुण पीओ, प्यास हुणे मिटदी है, ते बाणी हुण पढ़ो, चंगे काम हुण करो, गुरु दी सिੱਖਿਆ ते हुण चलो, ते मुक्ति मरण तो बाद मिले। बाणी साडी ते रोटी नालों भी सस्ती। एवें नहीं हुंदा, मुक्ति नाल दे नाल मिलेगी, इत्थे ही मिलेगी। मुक्ति दा दर, द्वार, राह उन्हां नूं पता लग जाएगा कि मुक्ति की है। मुक्ति यही है, उस्तत निंदिया नाहे जिहे, कंचन लोहो समान, कहो नानक सुन रे मना, मुकत ताहे तै जान। जिहड़ा किसी दी बदखोई नहीं करदा, जिहड़ा किसी दी झूठी चापलूसी भी नहीं करदा, जो सच बोलदा है, सच्चे कर्म करदा है, बेगाना हक नहीं खांदा, वो बंदा मुकत है। यानी विकारां तो खलासी हो जाती है, लड़ाइयां झगड़े दंगे फसादां तो खलासी हो जाती है, ईर्षा द्वेष तो खलासी हो जाती है, ਉਹਦੇ चिंता फिक्र मुक जाते ने, वो विकारां तो खलासी पा लैंदा है। कौन? जो भी मनदा है, मन्ने पावे मोख द्वार, जो भी मनन करते ने वो मुक्ति का दर हासिल कर लेंदे ने। मन्ने परवारै साधार, साधार का मतलब आसरे सहित, परवारै का मतलब अपने परिवार नूं, नाम नूं, हुक्म नूं मनन करके बंदा अपने परिवार नूं भी आसरा दिंदा है। ये मुक्ति वाला आसरा, सच दा आसरा अपने परिवार नूं भी दिंदा है, अपने परिवार नूं भी वो पार कर लैंदा है, अपने परिवार नूं भी विकारां तो खुलासी दवा दिंदा है। वो अपने परिवार नूं, संगियां साथियां नूं भी दसदा है कि प्यारिओ रास्ता बड़ा चंगा जे, बाणी आप पढ़ो। वो कहेगा बाणी आप पढ़ो, बाणी नूं विचारो, गुरबाणी मुताबिक जिंदगी जीवो, बड़ा सौखा जे। इत्थे ना फैशन प्रस्ती दी लोड़ है, इत्थे ना फूं फूं हंकार दी लोड़ है, इत्थे ना कर्म कांडां दी लोड़ है, ना इत्थे माला फेरनी पैनी, ना समाधियां लाणियां पैणियां, ना तीर्थां ते जाना पैना। केवल सच नूं आधार बना के जिंदगी बितानी है ते जीवन मुकत हो जाओगे, रब वर्गे हो जाओगे, सचियार हो जाओगे। हुक्म रजाई चलना, हुक्म रजा विच तुरोगे, कूड़ दीयां दीवारां टुट जाणगियां। हुक्म रजा विच तुरोगे, सचियार हो जाओगे।
हुक्म रजा विच तुरोगे सुखी और शांत हो जाओगे। हुक्म रजा विच तुरोगे मान आदर सत्कार पाओगे। हुक्म रजा विच तुरोगे परिवार तुहाडे स्वर्ग बन जाणगे। हुक्म रजा विच तुरोगे तुसी आप रब वर्गे हो जाओगे। अखीरले बचन करदे ने मन्नै तरै तारे गुर सिख। हुण इत्थे गुर सिख जो शब्द लिखिਆ है ना, ਜਦੋਂ ਅਸੀਂ ਪੁਰਾਤਨ ਬੀੜਾਂ ਦਾ ਪਾਠ ਕਰਦੇ ਹਾਂ ਨਾ, ਤਾਂ ਉੱਥੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਪੁਰਾਤਨ ਬੀੜਾਂ ਵਿੱਚ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ। ਔਰ ਕਿਉਂਕਿ ਇਹਦਾ ਕਈ ਨਾ ਲੋਕ ਅਰਥ ਕਰ ਲੈਂਦੇ ਨੇ, ਕੱਢ ਲੈਂਦੇ ਨੇ ਵੀ ਬਾਣੀ ਵਿੱਚ ਗਲਤੀਆਂ ਕੱਢੀਆਂ ਜਾ ਰਹੀਆਂ ਨੇ। ਐਸਾ ਨਹੀਂ ਹੈ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਿੰਟਿੰਗ ਪ੍ਰੈਸ ਵਿੱਚ ਪ੍ਰਿੰਟ ਕੀਤਾ ਗਿਆ ਨਾ, ਤਾਂ ਉਦੋਂ ਕੁਝ ਗਲਤੀਆਂ ਪ੍ਰਿੰਟਿੰਗ ਪ੍ਰੈਸ ਤੋਂ ਹੋਈਆਂ ਨੇ। ਤਾਂ ਇੱਥੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਚਾਹੀਦਾ। ਇਹਦਾ ਅਰਥ ਹੋਏਗਾ ਗੁਰੂ ਦੀ ਸਿੱਖਿਆ। ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਏ, ਸਿੱਖ ਦੇ ਖੱਖੇ ਥੱਲੇ ਔਂਕੜ ਨਾ ਹੋਏ, ਗੁਰ ਸ਼ਬਦ ਇੱਕ ਵਚਨੀ ਹੋ ਜਾਏਗਾ, ਸਿੱਖ ਸ਼ਬਦ ਬਹੁਵਚਨੀ ਹੋ ਜਾਏਗਾ। ਤੇ ਇਸ ਦਾ ਅਰਥ ਐਵੇਂ ਹੋਵੇਗਾ ਕਿ ਮਨਨ ਕਰਕੇ ਗੁਰੂ ਆਪ ਤਰਦਾ ਹੈ ਤੇ ਸਿੱਖਾਂ ਨੂੰ ਤਾਰਦਾ ਹੈ। ਜਿਵੇਂ ਭਾਈ ਸਾਹਿਬ ਸਿੰਘ ਜੀ ਨੇ ਵੀ ਅਰਥ ਐਵੇਂ ਕੀਤੇ ਨੇ, ਹੋਰ ਵੀ ਵਿਦਵਾਨਾਂ ਨੇ ਕੀਤੇ ਨੇ। ਪਰ ਗੁਰੂ ਤੇ ਆਪ ਹੀ ਤਰਿਆ ਹੁੰਦਾ। ਗੁਰੂ ਤੇ ਰੱਬ ਦਾ ਰੂਪ ਪਹਿਲਾਂ ਹੀ ਹੈ। ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਨਾਨਕ ਦੇਵ ਜੀ ਤੇ ਆਪ ਤਰੇ ਹੀ ਹੋਏ ਨੇ, ਪਹਿਲਾਂ ਹੀ ਤਰੇ ਹੋਏ ਨੇ। ਤਾਂ ਇਹਦਾ ਅਰਥ ਹੈਗਾ ਮੰਨੈ ਦਾ ਮਤਲਬ ਮਨਨ ਕਰਕੇ। ਕਿਹਨੂੰ ਮੰਨਣਾ ਹੈ? ਗੁਰਸਿੱਖ। ਇੱਥੇ ਸਿੱਖ ਸ਼ਬਦ ਫੀਮੇਲ ਜੈਂਡਰ ਹੈ, ਕਿਉਂਕਿ ਜਦੋਂ ਕਿਸੇ ਮੇਲ ਜੈਂਡਰ ਨੂੰ ਫੀਮੇਲ ਜੈਂਡਰ ਬਣਾਇਆ ਜਾਂਦਾ ਹੈ ਤਾਂ ਉਹਦਾ ਅਖੀਰਲਾ ਔਂਕੜ ਉਤਾਰਿਆ ਜਾਂਦਾ ਹੈ। ਇੱਥੇ ਸਿੱਖ ਸ਼ਬਦ ਸਿੱਖਾਂ ਵਾਸਤੇ ਨਹੀਂ ਹੈ, ਸਿੱਖਿਆ ਵਾਸਤੇ ਹੈ। ਗੁਰਸਿੱਖ ਦਾ ਮਤਲਬ ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਨੂੰ ਮਨਨ ਕਰਕੇ ਤਰੇ ਤਾਰੇ ਦਾ ਮਤਲਬ ਬੰਦਾ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਹੈ। ਗੁਰੂ ਦੀ ਸਿੱਖਿਆ ਨੂੰ ਮਨਨ ਕਰਕੇ ਮਨੁੱਖ ਆਪ ਵੀ ਤਰਦਾ ਹੈ, ਹੋਰਨਾਂ ਨੂੰ ਵੀ ਤਾਰਦਾ ਹੈ, ਕਿਉਂਕਿ ਉਹਨੇ ਅੱਗੇ ਉਪਦੇਸ਼ ਕਰਨਾ ਹੈ, ਪ੍ਰਚਾਰ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ ਕਿ ਪਿਆਰਿਓ ਗੁਰੂ ਦੀ ਪਾਵਨ ਬਾਣੀ ਨਾਲ ਜੁੜੋਗੇ, ਗੁਰੂ ਦੀ ਸਿੱਖਿਆ ਦੇ ਨਾਲ ਜੁੜੋਗੇ ਤੇ ਇਹਨਾਂ ਵਿਕਾਰਾਂ ਤੋਂ ਬਚ ਜਾਓਗੇ। ਜਦੋਂ ਕੋਈ ਕਹੇਗਾ ਨਾ ਕਿ ਸਾਡੇ ਘਰ ਕਲ-ਕਲ ਹੈ, ਤਾਂ ਜਿਹੜਾ ਆਪ ਤਰਿਆ ਹੈ ਉਹ ਕਹੇਗਾ ਪਿਆਰਿਓ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ, ਇਹ ਕਲ-ਕਲ ਮੁੱਕ ਜਾਏਗੀ। ਮੈਂ ਮਾਨਸਿਕ ਪਰੇਸ਼ਾਨ ਹਾਂ, ਤਾਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ, ਤੇਰੀ ਮਾਨਸਿਕ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਸਾਡੇ ਘਰ ਦੇ ਅੰਦਰ ਬਰਕਤ ਨਹੀਂ ਹੈ, ਤਾਂ ਬਾਣੀ ਮੁਤਾਬਕ ਜ਼ਿੰਦਗੀ ਜੀ, ਤੈਨੂੰ ਗਿਆਨ ਮਿਲੇਗਾ, ਤੂੰ ਆਪਣਾ ਬਜਟ ਠੀਕ ਬਣਾਏਗਾ, ਆਪਣੇ ਖਰਚਿਆਂ ਦੇ ਉੱਤੇ ਕੰਟਰੋਲ ਕਰੇਗਾ ਤੇ ਤੇਰੇ ਘਰ ਵਿੱਚ ਵੀ ਬਚਤ ਹੋ ਜਾਏਗੀ। ਰੱਬ ਨਾਲ ਮਿਲਾਪ ਨਹੀਂ ਹੋ ਰਿਹਾ ਤਾਂ ਪਿਆਰਿਆ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ, ਜੋ ਅੰਦਰ ਹੋਮੇ ਦੀ ਦੀਵਾਰ ਬਣੀ ਹੈ ਢਹਿ ਜਾਏਗੀ, ਵਖਰੇਵਾਂ ਖਤਮ ਹੋ ਜਾਏਗਾ, ਰੱਬ ਰੂਪ ਹੋ ਜਾਏਗਾ। ਤਾਂ ਮਨਨ ਕਰਕੇ ਜੋ ਗੁਰੂ ਦੀ ਸਿੱਖਿਆ ਨੂੰ ਮੰਨਦੇ ਨੇ, ਉਹ ਆਪ ਵੀ ਬੰਦਾ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਹੈ। ਹੁਣ ਦੇਖੋ ਸਾਨੂੰ ਇੱਥੋਂ ਕੀ ਸਿੱਖਿਆ ਮਿਲ ਰਹੀ ਹੈ। ਜੋ ਅਸੀਂ ਕਲਾਸ ਵਿੱਚ ਵੀਰ ਭੈਣਾਂ ਬੈਠੇ ਵਿਚਾਰ ਰਹੇ ਹਾਂ, ਤਾਂ ਅਸੀਂ ਗੁਰੂ ਦੀ ਸਿੱਖਿਆ ਨੂੰ ਆਪ ਮੰਨਣਾ ਹੈ, ਇਹਦੇ ਤੇ ਅਮਲ ਕਰਨਾ ਹੈ। ਇਹੋ ਜਿਹੀ ਜ਼ਿੰਦਗੀ ਬਣਾਉਣੀ, ਅਸੀਂ ਸਾਰਿਆਂ ਨੇ ਵਾਅਦਾ ਕਰਨਾ, ਇੱਕ ਦੂਜੇ ਨਾਲ ਪ੍ਰੋਮਿਸ ਕਰਨੀ ਹੈ, ਸਾਰੀਆਂ ਭੈਣਾਂ ਵੀਰਾਂ ਨੇ ਇੱਕ ਦੂਜੇ ਨਾਲ, ਕਿ ਅਸੀਂ ਇਹੋ ਜਿਹੀ ਜ਼ਿੰਦਗੀ ਆਪ ਬਣਾਵਾਂਗੇ। ਆਪ ਤਰ ਗਏ ਤੇ ਫਿਰ ਅਸੀਂ ਆਪਣੇ ਪਰਿਵਾਰ ਨੂੰ ਵੀ ਆਸਰਾ ਦਿਆਂਗੇ। ਸਾਡੀਆਂ ਧੀਆਂ ਨੇ, ਸਾਡੇ ਬੱਚੇ ਨੇ, ਨੂੰਹਾਂ ਨੇ, ਪੁੱਤਰ ਨੇ, ਪੋਤਰੀਆਂ, ਪੋਤਰੇ, ਦੋਤਰੇ ਨੇ, ਰਿਸ਼ਤੇਦਾਰ, ਸੱਜਣ ਮਿੱਤਰ ਨੇ, ਜਿੱਥੇ ਅਸੀਂ ਜਾਵਾਂਗੇ ਉੱਥੇ ਵੀ ਸਲਾਹ ਦਿਆਂਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਨੂੰ ਵੀ ਸਿੱਖਿਆ ਦਿਆਂਗੇ, ਪ੍ਰੇਰਨਾ ਦਿਆਂਗੇ। ਜਿਹੜਾ ਫਿਰ ਜੁੜ ਜਾਏਗਾ ਉਹਦਾ ਵੀ ਪਾਰ ਉਤਾਰਾ ਹੋਏਗਾ। ਤਾਂ ਗੁਰੂ ਦੀ ਸਿੱਖਿਆ ਮੰਨਣ ਕਰਕੇ ਆਪ ਬੰਦਾ ਤਰਦਾ ਹੈ, ਦੂਜਿਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ। ਗੁਰੂ ਜੀ ਦਾ ਪਾਵਨ ਬਚਨ, ਜਨ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਹੀ ਹੈ ਨਾਮ ਜਪਾਣਾ, ਗੁਰੂ ਦੀ ਬਾਣੀ ਦੇ ਨਾਲ ਆਪ ਜੁੜਨਾ, ਦੂਜਿਆਂ ਨੂੰ ਸੱਚ ਦੇ ਨਾਲ ਜੋੜਨਾ। ਤਾਂ ਅਸੀਂ ਸਾਰੇ ਵੀਰਾਂ ਭੈਣਾਂ ਨੇ ਐਵੇਂ ਦੇ ਬਣਨਾ ਹੈ, ਇਹ ਸਾਡਾ ਗੋਲ ਹੈ। ਔਰ ਅੱਗੇ ਲੋਕਾਂ ਨੂੰ ਐਸੇ ਬਣਨ ਦੀ ਪ੍ਰੇਰਨਾ ਦੇਣੀ ਹੈ। ਮੰਨੈ ਨਾਨਕ ਭਵੈ ਨਾ ਭਿਖ। ਮੰਨੈ ਵੱਖਰਾ ਪੜਨਾ, ਨਾਨਕ ਵੱਖਰਾ ਪੜਨਾ, ਭਵੇ ਨਾ ਭੇਖੇ ਨੂੰ ਵੱਖਰਾ ਕਰਨਾ। ਮੰਨੈ ਨਾਨਕ ਭਵੈ ਨਾ ਭਿਖ। ਭਵੇਂ ਦਾ ਮਤਲਬ ਪਾਉਂਦੇ ਨਹੀਂ, ਭਿਖ ਦਾ ਮਤਲਬ ਭੀਖ ਵਾਸਤੇ।
जो गुरु दी पावन बाणी नूं मनदा है ਉਹ ਭਿੱਖਿਆ ਵਾਸਤੇ ਨਹੀਂ ਫਿਰਦਾ, ਭੀਖ ਨਹੀਂ ਮੰਗਦਾ ਫਿਰਦਾ ਦਰ ਦਰ ਤੇ। ਭੀਖ ਕਿਹੜੀ ਹੈ? ਕਈਆਂ ਨੇ ਪੀਰਾਂ ਤੇ ਸੁਖਣਾ ਸੁਖੀਆਂ ਨੇ, ਬਾਬਾ ਮੈਂ ਇੱਥੇ ਰੋਟ ਪਕਾਂਗਾ, ਮੈਨੂੰ ਟਰੈਕਟਰ ਮਿਲ ਜਾਏ। ਕਿਸੇ ਨੇ ਬਾਬਿਆਂ ਦੇ ਡੇਰੇ ਤੇ ਸੁਖਣਾ ਸੁਖੀ ਹੈ, ਕਿਤੇ ਨਾ ਕਿਤੇ ਥਾਂ ਥਾਂ ਤੇ ਲੋਕ ਮੰਗਦੇ ਫਿਰਦੇ ਨੇ, ਸੁੱਖਾਂ ਵਾਸਤੇ ਪਰੇਸ਼ਾਨ ਹੋਏ ਫਿਰਦੇ ਨੇ। ਕੋਈ ਪੁੱਤਰਾਂ ਵਾਸਤੇ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੁਰਿਆ ਫਿਰਦਾ ਹੈ। ਤਾਂ ਉਹ ਐਵੇਂ ਫਿਰ ਭੀਖ ਨਹੀਂ ਮੰਗਦੇ ਫਿਰਦੇ। ਅਸੀਂ ਦੇਖਦੇ ਹਾਂ ਜਿਨ੍ਹਾਂ ਕੋਲ ਤੁਸੀਂ ਮੰਗਣ ਜਾ ਰਹੇ ਹੋ ਉਹ ਤੁਹਾਡੇ ਤੋਂ ਵੱਡੇ ਮੰਗਤੇ ਨੇ। ਤੁਸੀਂ ਤੇ ਗਏ ਹੋ ਮੰਗਣ ਵਾਸਤੇ ਕਿ ਸਾਡਾ ਬੱਚਾ ਜਿਹੜਾ ਹੈ ਪੜ੍ਹਦਾ ਨਹੀਂ, ਬਾਬਾ ਜੀ ਕਿਰਪਾ ਕਰੋ, ਬੱਚੇ ਦੇ ਸਿਰ ਤੇ ਹੱਥ ਫੇਰੋ, ਆਸ਼ੀਰਵਾਦ ਦਿਓ ਕਿ ਬੱਚਾ ਪੜ੍ਹ ਜਾਏ। ਤੁਸੀਂ ਤੇ ਉਹ ਮੰਗਣ ਗਏ ਹੋ ਤੇ ਬਾਬਾ ਅੱਗੋਂ ਨਾਲ ਤੁਹਾਨੂੰ ਕਹਿੰਦਾ ਵੀ ਸਿੰਘਾ ਇੱਥੇ ਕਮਰੇ ਬਣਦੇ ਨੇ, ਕਮਰੇ ਦੀ ਸੇਵਾ ਤੇਰੀ ਲਾਣੀ। ਹੁੰਦੇ ਉਹ ਲੱਖ ਰੁਪਇਆ ਕਮਰੇ ਵਾਸਤੇ, ਤੇ ਜੇ ਉਹ ਲੱਖ ਉਹਨੂੰ ਦੇਣ ਦੀ ਬਜਾਏ ਕੋਈ 10,000 ਟਿਊਸ਼ਨ ਵਾਲੇ ਨੂੰ ਦਿੰਦੇ, ਠੀਕ ਨਹੀਂ ਸੀ? ਬੱਚੇ ਨੂੰ ਥੋੜੀ ਸਿੱਖਿਆ ਦਿੰਦੇ, ਉਹਨੂੰ ਕੋਈ ਇਨਾਮ ਲੈ ਕੇ ਦਿੰਦੇ ਵੀ ਤੈਨੂੰ ਸਾਈਕਲ ਲੈ ਜਾਾਂਗੇ ਮੋਟੇ ਟਾਇਰਾਂ ਵਾਲਾ, ਤੈਨੂੰ ਹੋਰ ਕੋਈ ਖਿਡੌਣਾ ਲੈ ਦਾਂਗੇ, ਨਾਲੇ ਪੜ੍ਹਿਆ ਕਰ ਬੇਟਾ, ਤੈਨੂੰ ਚੰਗੇ ਕੱਪੜੇ ਲੈ ਕੇ ਦੇਵਾਂਗੇ, ਨਾਲ ਟਿਊਸ਼ਨ ਵਾਲਾ 10,000 ਚ ਕੰਮ ਚੱਲ ਜਾਣਾ ਸੀ, 90,000 ਬਚਣਾ ਸੀ। ਉਹ ਤੁਹਾਡੇ ਤੋਂ ਵੱਡੇ ਮੰਗਤੇ ਵੀ। ਗ੍ਰਸਤੀ ਅਸੀਂ ਕੀ ਮੰਗਨੇ ਆ ਕਿ ਬਾਬਾ ਕਿਰਪਾ ਕਰੋ ਸਾਨੂੰ ਟਰੈਕਟਰ ਮਿਲ ਜਾਏ, ਲੋੜ ਹੈ ਹੁਣ ਟਰੈਕਟਰ, ਲੋੜ ਹੈ। ਅਸੀਂ ਟਰੈਕਟਰ ਮੰਗ ਰਹੇ ਹਾਂ ਤੇ ਸਾਨੂੰ ਕਿਹਾ ਜਾਂਦਾ ਤੁਸੀਂ ਗ੍ਰਸਤੀ ਮੋਹ ਮਾਇਆ ਚ ਫਸੇ ਹੋ। ਤੇ ਬਾਬਾ ਜੀ ਸਮਾਧੀ ਲਾ ਕੇ ਬੈਠੇ ਨੇ, ਪੁੱਛੀਏ ਵੀ ਬਾਬਾ ਕਾਹਦੇ ਲਈ ਬੈਠਾ? ਉਹ ਕਹਿੰਦੇ ਸਵਰਗ ਮੰਗਦਾ ਪਿਆ। ਸਾਡੇ ਤੋਂ ਵੱਡਾ ਮੰਗਤਾ ਹੋਇਆ ਨਾ ਵੀ ਸਵਰਗ ਦੇ ਵਿੱਚ 72 ਹੂਰਾਂ ਗੋਡੇ ਘੁੱਟਣਗੀਆਂ, ਅੰਗੂਰਾਂ ਦੇ ਸ਼ਰਾਬ ਦੀਆਂ ਨਦੀਆਂ, ਉੱਥੇ ਸ਼ਹਿਦ ਦੀਆਂ ਨਦੀਆਂ, ਖਾਣ ਪੀਣ ਨੂੰ ਸਾਰਾ ਕੁਛ, ਬਾਗ ਨਿਰੇ ਫਲ ਫੁੱਲ, ਤੇ ਕਰਨਾ ਬਾਬੇ ਨੇ ਕੱਖ ਨਹੀਂ, ਬਸ ਬੈਠਿਆ। ਉਹ ਵੱਡਾ ਹੋ ਗਿਆ ਨਾ ਸਾਡੇ ਤੋਂ। ਉਹ ਐਵੇਂ ਭੀਖ ਨਹੀਂ ਮੰਗਦਾ। ਮੰਨੈ ਨਾਨਕ ਭਵੇਂ ਨਾ ਪੇਖੋ, ਆਪ ਦਾਤੇ ਬਣ ਜਾਂਦੇ ਨੇ। ਉਹ ਆਪ ਕਿਰਤ ਕਰਦੇ ਨੇ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਸਾਰੇ ਗੁਣ ਮੇਰੇ ਅੰਦਰ ਪਏ ਨੇ। ਉਹਨਾਂ ਨੂੰ ਅੰਦਰੋਂ ਖਜ਼ਾਨਾ ਮਿਲ ਜਾਂਦਾ ਹੈ, ਉਹਨਾਂ ਨੂੰ ਇੱਕ ਰਾਸਤਾ ਮਿਲ ਜਾਂਦਾ ਹੈ। ਉਹ ਆਪ ਖੁਦ ਐਸੀ ਜ਼ਿੰਦਗੀ ਜੀਂਦੇ ਨੇ, ਉਹ ਦਰ ਦਰ ਦੇ ਉੱਤੇ ਮੰਗਦੇ ਨਹੀਂ ਫਿਰਦੇ। ਅਸੀਂ ਕਿਉਂ ਭਟਕ ਗਏ? ਰੀਜਨ ਕਿ ਗੁਰੂ ਦੀ ਪਾਵਨ ਬਾਣੀ ਨੂੰ ਆਪ ਨਹੀਂ ਪੜਿਆ। ਅਸੀਂ ਪਾਠ ਕਰਾਉਣ ਲੱਗ ਗਏ, ਆਪ ਨਹੀਂ ਕੀਤੇ। ਅਸੀਂ ਆਪ ਬਾਣੀ ਨੂੰ ਨਹੀਂ ਵਿਚਾਰਿਆ, ਇਸ ਐਂਗਲ ਤੋਂ ਤਾਂ ਬਿਲਕੁਲ ਵੀ ਨਹੀਂ ਵਿਚਾਰਿਆ। ਮੰਨਣ ਦੀ ਗੱਲ ਤਾਂ ਬਿਲਕੁਲ ਵੀ ਨਹੀਂ ਕੀਤੀ ਬਹੁਤੇ ਲੋਕਾਂ ਨੇ। ਸਾਨੂੰ ਪ੍ਰਚਾਰ ਹੀ ਇਹ ਦਿੱਤਾ ਗਿਆ ਕਿ ਇੰਨੇ ਪਾਠ ਕਰ ਲਓ, ਆਹ ਪਾਠ ਕਰਾ ਲਓ, ਤੁਹਾਨੂੰ ਇੰਜ ਮਿਲ ਜਾਏਗਾ। ਤੁਹਾਨੂੰ ਮਿਲੇ ਨਾ ਮਿਲੇ, ਪਾਠ ਕਰਨ ਵਾਲਿਆਂ ਨੂੰ ਤੇ ਮਿਲ ਗਿਆ ਨਾ, ਜਿਨ੍ਹਾਂ ਦੀਆਂ ਲੜੀਆਂ ਚੱਲਦੀਆਂ ਨੇ ਪਈਆਂ ਉਹਨਾਂ ਨੂੰ ਤੇ ਮਿਲ ਗਿਆ ਨਾ। ਕਹਿਣ ਤੋਂ ਮੁਰਾਦ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਗੁਰੂ ਦੀ ਬਾਣੀ ਨੂੰ ਸਮਝ ਕੇ ਉਹਦੇ ਤੇ ਅਮਲ ਕਰਦਾ ਹੈ, ਉਹ ਫਿਰ ਭੀਖ ਵਾਸਤੇ ਨਹੀਂ ਫਿਰਦਾ। ਉਹ ਦਰ ਦਰ ਦੇ ਉੱਤੇ ਮੁਹਤਾਜ ਨਹੀਂ ਕਿਸੇ ਦਾ ਹੁੰਦਾ, ਉਹ ਬੇਮੁਹਤਾਜ ਹੋ ਜਾਂਦਾ ਹੈ। ਉਹ ਕੇਵਲ ਇੱਕ ਦਾਤੇ ਦੇ ਦਰ ਦੇ ਉੱਤੇ ਝੁਕਦਾ ਹੈ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣ ਗਾਮ। ਉਹਨੂੰ ਇਹ ਸਮਝ ਪੈ ਜਾਂਦੀ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਹੈ, ਇੱਕੋ ਹੀ ਦਾਤਾ ਹੈ। ਇਹ ਗੱਲ ਮੈਨੂੰ ਭੁੱਲੇ ਨਾ, ਔਰ ਹਕੀਕਤ ਹੈ। ਫਿਰ ਉਹਨਾਂ ਨੂੰ ਇਹ ਗੱਲ ਭੁੱਲਦੀ ਨਹੀਂ, ਉਹ ਦਰ ਦਰ ਦੇ ਉੱਤੇ ਫਿਰ ਮੰਗਦੇ ਨਹੀਂ, ਔਰ ਉਹ ਭਿਖਾਰੀ ਨਹੀਂ ਬਣਦੇ, ਸਗੋਂ ਉਹ ਚੰਗਾ ਉੱਤਮ ਸੋਹਣਾ ਜੀਵਨ ਜੀਂਦੇ ਹਨ। ਗੁਰੂ ਪਾਤਸ਼ਾਹ ਜੀ ਰਹਿਮਤ ਕਰੇ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸੁਣੀਏ, ਗੁਰਬਾਣੀ ਨੂੰ ਆਪ ਸਮਝੀਏ, ਔਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਅਮਲ ਕਰੀਏ। ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਹੈ ਪ੍ਰਭੂ ਦਾ ਹੁਕਮ ਮਹਾਨ। ਪਰ ਇਹ ਮਹਾਨਤਾ ਕਿਹਨੂੰ ਮਿਲੇਗੀ? ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਆਪਣੇ ਮਨ ਦੇ ਅੰਦਰ ਇਸ ਹੁਕਮ ਨੂੰ ਮਨਨ ਕਰਨਾ ਜਾਣਦਾ ਹੋਵੇ। ਯਾਨੀ ਜਿਹੜਾ ਵੀ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਉਹ ਐਸਾ ਮਹਾਨ ਹੋ ਜਾਏਗਾ, ਉਹਦੇ ਅੰਦਰ ਨਿਰਲੇਪਤਾ ਆ ਜਾਏਗੀ, ਉਹਦੇ ਅੰਦਰ ਕੋਮਲਤਾ ਆ ਜਾਏਗੀ, ਉਹਦੇ ਅੰਦਰ ਗੁਣਾਂ ਦੀ ਸੁੰਦਰਤਾ ਆ ਜਾਏਗੀ, ਔਰ ਉਹਦਾ ਜੀਵਨ ਰੱਬ ਵਰਗਾ ਹੋ ਜਾਏਗਾ। ਉਹਦੇ ਅੰਦਰੋਂ ਕੂੜ ਦੀ ਪਾਲ ਟੁੱਟ ਜਾਏਗੀ, ਔਰ ਉਹ ਮਨੁੱਖ ਸਚਿਆਰ ਹੋ ਜਾਏਗਾ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਹੁਣ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ।
ਅੱਜ ਜੋ ਅਸੀਂ ਵਿਚਾਰ ਕੀਤੀ ਹੈ ਇਹਦੇ ਮੁਤਾਬਕ ਜੇ ਕਿਸੇ ਵੀਰ ਭੈਣ ਦਾ ਸਵਾਲ ਹੈ ਤਾਂ ਉਹ ਆਪਣਾ ਸਵਾਲ ਜੋ ਹੈ ਕਰ ਸਕਦਾ ਹੈ। ਬਾਕੀ ਕੁੜੀਆਂ ਦੀ ਇੱਕ ਬੇਨਤੀਆਂ ਮੈਂ ਕਰਨੀਆਂ ਸੀ ਕਿ ਕੁਛ ਵੀਰਾਂ ਨੇ ਪੁਸਤਕਾਂ ਮੰਗਾਈਆਂ ਸੀ ਜਿਹੜੀਆਂ ਦੋ ਕਿਤਾਬਾਂ, ਤਾਂ ਉਹ ਪੁਸਤਕਾਂ WhatsApp ਦੇ ਉੱਤੇ ਆ ਨਹੀਂ ਰਹੀਆਂ। ਇਸ ਕਰਕੇ ਥੋੜੀ ਜਿਹੀ ਆਪ ਨੂੰ ਖੇਚਲ ਕਰਨੀ ਪੈਣੀ ਹੈ ਕਿ ਜੋ ਵੀ ਵੀਰ ਭੈਣਾਂ ਚਾਹੁੰਦੇ ਨੇ ਕਿ ਉਹਨਾਂ ਨੂੰ ਕਿਤਾਬਾਂ ਮਿਲ ਸਕਣ ਤਾਂ ਤੁਸੀਂ ਇੱਕ ਟੈਲੀਗ੍ਰਾਮ ਐਪ ਹੈ, ਉਹ ਐਪ ਡਾਊਨਲੋਡ ਕਰ ਲੈਣਾ। ਉਸ ਐਪ ਦੇ ਉੱਤੇ ਤੁਹਾਨੂੰ ਪੁਸਤਕਾਂ ਜਿਹੜੀਆਂ ਨੇ ਉਹ ਭੇਜ ਦਿੱਤੀਆਂ ਜਾਣਗੀਆਂ, ਕਿਉਂਕਿ WhatsApp ਤੇ ਨਾ ਉਹ ਪੁਸਤਕਾਂ ਜਾ ਨਹੀਂ ਰਹੀਆਂ। ਤੇ ਇੱਕ ਟੈਲੀਗ੍ਰਾਮ ਐਪ ਹੈ, ਉਹ ਤੁਸੀਂ ਡਾਊਨਲੋਡ ਕਰ ਲਿਓ ਤੇ ਉਹਦੇ ਨਾਲ ਫਿਰ ਤੁਹਾਨੂੰ ਕਿਤਾਬਾਂ ਜਿਹੜੀਆਂ ਨੇ ਪਹੁੰਚ ਜਾਣਗੀਆਂ। ਤੇ ਨਾਲ ਮੇਰਾ ਸਿੱਖ ਜਗਤ ਇੱਕ ਚੈਨਲ ਹੈ ਇਹਦੇ ਤੇ ਟੈਲੀਗ੍ਰਾਮ ਤੇ, ਉਹਦੇ ਉੱਤੇ ਹੋਰ ਵੀ ਪੁਸਤਕਾਂ ਪਾਈਆਂ ਹੋਈਆਂ ਨੇ ਮਨੋਵਿਗਿਆਨ ਦੀਆਂ ਨੇ, ਜੋ 12ਵੀਂ ਕਲਾਸ ਵਿੱਚ ਪੜ੍ਹਾਈਆਂ ਜਾਂਦੀਆਂ ਨੇ, ਜਾਂ ਹੋਰ ਵੀ ਜੇ ਤੁਹਾਨੂੰ ਡਾਊਨਲੋਡ ਕਰਨੀਆਂ ਹੋਣ ਤਾਂ ਉੱਥੋਂ ਡਾਊਨਲੋਡ ਕਦੀ ਵੀ ਕਰ ਸਕਦੇ ਹੋ। ਮੈਂ ਹੋਰ ਵੀ ਪੁਸਤਕਾਂ ਉੱਥੇ ਪਾ ਦੇਵਾਂਗਾ। ਟੈਲੀਗ੍ਰਾਮ ਦੇ ਉੱਤੇ ਇਹ ਸਿੱਖ ਜਗਤ ਚੈਨਲ ਸਬਸਕ੍ਰਾਈਬ ਕਰ ਲਿਓ, ਤੇ ਜੇ ਤੁਹਾਡੇ ਕੋਲ ਡਿਲੀਟ ਵੀ ਹੋ ਜਾਣਗੀਆਂ ਤਾਂ ਫਿਰ ਉਹ ਸਬਸਕ੍ਰਾਈਬ ਜੇ ਕਰ ਲਓਗੇ ਚੈਨਲ ਤਾਂ ਉਹਦੇ ਵਿੱਚੋਂ ਤੁਸੀਂ ਕਦੀ ਵੀ ਪਾ ਸਕਦੇ ਹੋ, ਉੱਥੋਂ ਡਿਲੀਟ ਕਦੀ ਵੀ ਨਹੀਂ ਹੁੰਦੀਆਂ। ਇਸ ਲਈ ਮਰਵਾਹ ਜੀ ਤਾਂ ਦੂਜੀ ਮੰਗਾਣੀ ਹੋਵੇ ਤਾਂ ਉਹ ਟੈਲੀਗ੍ਰਾਮ ਇੱਕ ਐਪ ਡਾਊਨਲੋਡ ਕਰਕੇ ਮੈਨੂੰ ਸੈਂਡ ਕਰ ਦਿਓ, ਮੈਂ ਫਿਰ ਤੁਹਾਨੂੰ ਕਿਤਾਬਾਂ ਉੱਥੇ ਭੇਜ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਇਹ ਜਿਹੜੀਆਂ ਕਿਤਾਬਾਂ ਹੈਗੀਆਂ ਜੀ ਉਹ ਮੇਰੇ ਕੋਲ ਟੈਲੀਗ੍ਰਾਮ ਡਾਊਨਲੋਡ ਕੀਤਾ ਹੈ ਜੀ, ਜੇ ਤੁਸੀਂ ਮਿਹਰਬਾਨੀ ਕਰੋਗੇ ਤਾਂ ਉੱਥੇ ਭੇਜ ਦੋਗੇ। ਅੱਜ ਭੈਣ ਰਿਸ਼ਪਾਲ ਕੌਰ ਨੇ ਵੀ ਪੁੱਛਿਆ ਸੀਗਾ ਮੈਨੂੰ, ਤੇ ਮੈਂ ਉਹ ਦੇਖ ਕੇ ਤਾਂ ਫਿਰ ਗਾਹਾਂ ਜੇ ਮੈਨੂੰ ਮਿਲ ਗਈਆਂ ਤਾਂ ਇਹਨਾਂ ਦੇ ਵਾਸਤੇ ਮੁਕਾ ਵੀ ਦੇਵਾਂਗੇ ਜੀ। ਠੀਕ ਹੈ, ਹਾਂਜੀ, ਤੇ ਧੰਨਵਾਦ ਜੀ ਬਹੁਤ ਬਹੁਤ। ਤੁਸੀਂ ਆਪਣਾ ਨਾ ਇੱਕ ਦੋ ਭੈਣਾਂ ਨੂੰ ਈਮੇਲ ਤੇ ਭੇਜਣ ਦੀ, ਪਰ ਉਹ ਈਮੇਲ ਤੇ ਵੀ ਜਾ ਨਹੀਂ ਸਕੀ, ਫਾਈਲ ਥੋੜੀ ਵੱਡੀ ਸੀ, ਤੇ ਟੈਲੀਗ੍ਰਾਮ ਤੇ ਚਲੀ ਜਾਂਦੀ। ਮੈਂ ਤੁਹਾਨੂੰ ਸੈਂਡ ਕਰ ਦਾਂਗਾ। ਜਿਨ੍ਹਾਂ ਨੇ ਫਿਰ ਲੈਣੀਆਂ ਹੋਈਆਂ ਵੀਰ ਤਰਲੋਚਨ ਸਿੰਘ ਜੀ ਨਾਲ ਸੰਪਰਕ ਕਰ ਲਿਓ ਤੇ ਉਹਨਾਂ ਤੋਂ ਲੈ ਲਿਓ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ। ਧੰਨਵਾਦ ਜੀ ਅਗੇਨ ਗਿਆਨੀ ਜੀ ਦਾ ਬਹੁਤ ਬਹੁਤ। ਤੇ ਅੱਜ ਦੀ ਵਿਆਖਿਆ ਆਪ ਜੀ ਨੇ ਸੁਣੀ ਲਈ ਹੈ ਜੀ, ਤੇ ਸਾਰਿਆਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਨੇ ਵੀ ਕੋਈ ਕੁਐਸਚਨ ਪੁੱਛਣੇ ਆ ਅਨਮਿਊਟ ਹੋ ਜਾਓ ਹੁਣੇ, ਕਿਉਂਕਿ ਗਿਆਨੀ ਜੀ ਦਾ ਵੀ ਅੱਜ ਉੱਧਰ ਬਿਜ਼ੀ ਹੈ ਥੋੜਾ ਜਿਹਾ, ਇਸ ਕਰਕੇ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ, ਤਾਂ ਆਪਣਾ ਬਰੀਫ ਹੀ ਰੱਖਿਓ ਜਿੰਨਾ ਵੀ ਹੋ ਸਕਦਾ। ਤੇ ਸਾਡੇ ਨਾਲ 3-4 ਨਵੇਂ ਫੇਸਿਸ ਸੀਗੇ ਜੀ, 2 ਤਾਂ ਮੈਨੂੰ ਦਿਸਦੇ ਸੀਗੇ। ਸਾਡੀ ਭੈਣ ਹਰਦੇਵ ਕੌਰ ਜੀ, ਵੈਲਕਮ, ਤੁਹਾਨੂੰ ਪਹਿਲੀ ਵਾਰ ਦੇਖਿਆ ਜੀ, ਤੇ ਮੈਂ ਸ਼ੋਰ ਨਹੀਂ ਵੀ ਤੁਸੀਂ ਪਹਿਲਾਂ ਵੀ ਆਉਂਦੇ ਸੀਗੇ, ਪਰ ਅੱਜ ਤੁਹਾਡੀ ਫੋਟੋ ਆਈ ਹੈ ਤੇ ਵੈਲਕਮ। ਤੇ ਆਪਣੇ ਨਾਲ ਸਤਿੰਦਰਜੀਤ ਕੌਰ ਟੂਰ, ਉਹਨਾਂ ਦੇ ਨਾਲ ਪਹਿਲਾਂ ਗੱਲ ਹੋ ਗਈ ਸੀ, ਉਹਨਾਂ ਦਾ ਵੀ ਧੰਨਵਾਦ। ਤੇ ਤੁਸੀਂ ਵੀ ਕਹਾਂ ਨੂੰ ਵੀ ਇਸੇ ਤਰ੍ਹਾਂ ਜੁੜੇ ਰਹੋ, ਤੇ ਨਾਲ ਆਪਣੇ ਸੰਗੀ ਸਾਥੀ ਹੋਰ ਜਿੰਨੇ ਵੀ ਭੈਣ ਭਰਾ ਹੈਗੇ ਉਹਨਾਂ ਨੂੰ ਵੀ ਕਿਹੋ ਜੀ। ਤੇ ਇੱਕ ਸੀਗਾ ਜੀ ਰਾਜਾ ਔਰ ਰਾਣੀ, 2 ਵੱਖਰੇ ਨਾਮ ਸੀਗੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵੈਲਕਮ। ਤੇ ਹੁਣ ਸਾਡੇ ਨਾਲ 2 ਜਣੇ ਅਨਮਿਊਟ ਹੋਏ ਆ ਜੀ, ਤੇ ਮੈਂ ਉਹਨਾਂ ਦੇ ਕੋਲ ਵਾਰੀ ਆਉਣਾ। ਇੱਕ ਅਰਵਿੰਦਰ ਸਿੰਘ ਨੈਂਦਰਾ ਤੇ ਜਸਵਿੰਦਰ ਸਿੰਘ, ਤੇ ਹੋਰਨਾਂ ਵੀ ਬੇਨਤੀ ਹੈ ਜੀ, ਤੇ ਉਹ ਜਿੰਨੀ ਛੇਤੀ ਹੋ ਸਕਦੇ ਅਨਮਿਊਟ ਹੋ ਕੇ ਚੁੱਪ ਰਹਿਣ, ਤੇ ਮੈਂ ਉਹਨਾਂ ਦੇ ਕੋਲ ਆ ਜਾਊਂਗਾ। ਅਰਵਿੰਦਰ ਸਿੰਘ ਨੈਂਦਰਾ ਜੀ, ਮੈਂ ਤੁਹਾਡੇ ਕੋਲ ਪਹਿਲਾਂ ਆਉਣਾ, ਤੇ ਤੁਸੀਂ ਜੋ ਵੀ ਕਰਨਾ ਗੱਲਬਾਤ ਕਰ ਲਓ। ਹਾਂਜੀ ਹਾਂਜੀ ਗਿਆਨੀ, ਆਪਾਂ ਧਰਮ ਦੇ ਤੇ ਚਲੋ ਡੈਫੀਨੇਸ਼ਨ ਆਪਾਂ ਨੂੰ ਪਤਾ ਲੱਗ ਗਿਆ। ਮਜ਼ਹਬ ਦਾ ਜਾਂ ਭੇਖ ਦਾ ਪੰਥ ਲਾ ਲਓ, ਇਹਦਾ ਕੀ ਭਲਾ ਮਤਲਬ ਹੈ, ਜਾਂ ਇਹਨੂੰ ਇੰਗਲਿਸ਼ ਕੀ ਕਹਿ ਸਕਦੇ ਨੇ, ਰਿਲੀਜਨ ਕਹਿ ਸਕਦੇ ਜਾਂ? ਹਾਂਜੀ, ਉਹਨੂੰ ਰਿਲੀਜਨ ਕਹਿ ਸਕਦੇ ਹਾਂ ਅਸੀਂ। ਇੰਗਲਿਸ਼ ਵਿੱਚ ਜਿਹੜਾ ਰਿਲੀਜਨ ਸ਼ਬਦ ਹੈ ਨਾ, ਉਹ ਮਜ਼ਹਬ ਵਾਸਤੇ ਹੀ ਵਰਤਿਆ ਜਾ ਰਿਹਾ ਹੈ, ਲੇਕਿਨ ਧਰਮ ਜਿਹੜਾ ਹੈ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ, ਤੇ ਉਹ ਬਿਲਕੁਲ ਨਵੇਂ ਅਰਥਾਂ ਵਿੱਚ ਦਿੱਤਾ ਹੈ। ਏਕੋ ਧਰਮ ਦ੍ਰਿੜ੍ਹੈ ਸੱਚ ਕੋਈ। ਜਦੋਂ ਅਸੀਂ ਇੱਕ ਨਾ ਪੁਸਤਕ ਹੈਗੀ ਹੈ, ਜੇ ਤੁਹਾਨੂੰ ਮਿਲ ਸਕੇ, ਧਰਮ ਦੀ ਉਤਪੱਤੀ ਔਰ ਵਿਕਾਸ, ਧਰਮ ਦੀ ਉਤਪੱਤੀ ਅਤੇ ਵਿਕਾਸ, ਇਹ ਡਾਕਟਰ ਤਾਰਨ ਸਿੰਘ ਨੇ ਤੇ ਇੱਕ ਹੋਰ ਨੇ ਕੀਤੀ ਹੈ, ਆਪਣਾ ਇੰਗਲਿਸ਼ ਤੋਂ ਪੰਜਾਬੀ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਤਾਬ ਛਾਪੀ ਹੈ। ਜੇ ਮਿਲ ਸਕੇ ਤਾਂ ਇਹਦੇ ਵਿੱਚ ਕਾਫੀ ਕੁਛ ਦਿੱਤਾ ਹੈ ਕਿ ਧਰਮ ਜਦੋਂ ਸ਼ੁਰੂ ਕਿਵੇਂ ਹੋਇਆ ਹੈ, ਟੈਬੂਇਜ਼ਮ ਔਰ ਟੋਟਮਇਜ਼ਮ ਤੋਂ ਵਿਕਾਸ ਕਰਦਾ ਆਇਆ। ਪਹਿਲੋਂ ਟੈਬੂਇਜ਼ਮ ਮਤਲਬ ਛੋਟੇ ਲੱਖਾਂ ਆਪਣਾ 33 ਕਰੋੜ ਦੇਵਤੇ ਵਗੈਰਾ, ਉਸ ਤੋਂ ਬਾਅਦ ਤ੍ਰਿਮੂਰਤੀ ਸਿਧਾਂਤ ਆ ਜਾਂਦਾ ਹੈ, ਉਸ ਤੋਂ ਬਾਅਦ ਇੱਕ ਈਸ਼ਵਰਵਾਦ ਦੀ ਗੱਲ ਹੁੰਦੀ ਹੈ, ਪਰ ਉਹ ਇੱਕ ਈਸ਼ਵਰ ਵੀ ਉੱਤੇ ਬੈਠਾ ਹੈ, ਜਿਵੇਂ ਅੱਲਾ, ਜਾਂ ਮਤਲਬ ਉੱਤੇ ਬੈਠਾ ਹੈ ਜੰਨਤ ਵਿੱਚ। ਜਾਂ ਉਸ ਤੋਂ ਬਾਅਦ ਫਿਰ ਸੰਤਵਾਦ ਆਉਂਦਾ, ਜਿਵੇਂ ਭਗਤ ਕਬੀਰ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਤੇ ਫਿਰ ਇਹਨਾਂ ਨੇ ਅਗਲੀ ਗੱਲ ਕਹੀ ਹੈ
ਇਹ ਸਰਬ ਵਿਆਪਕ ਹੈ, ਉਹ ਕਿਤੇ ਉੱਤੇ ਵੱਖਰਾ ਨਹੀਂ ਬੈਠਾ। ਤੇ ਗੁਰੂ ਨਾਨਕ ਦੇਵ ਜੀ ਫਿਰ ਧਰਮ ਦੀ ਡੈਫੀਨੇਸ਼ਨ ਦੇ ਰਹੇ ਨੇ, ਏਕੋ ਧਰਮ ਦ੍ਰਿੜ੍ਹੈ ਸੱਚ ਕੋਈ ਗੁਰਮਤਿ ਯੁਗ ਯੁਗ ਪੂਰਾ। ਜਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਉਹਨਾਂ ਦੇ ਉਸ ਪੁਸਤਕ ਦੇ ਵਿੱਚ 12-14 ਜਿਹੜੀਆਂ ਨੇ ਡੈਫੀਨੇਸ਼ਨਸ ਦਿੱਤੀਆਂ ਨੇ ਧਰਮ ਦੀਆਂ, ਪਰ ਉਹ ਡੈਫੀਨੇਸ਼ਨਸ ਯੂਨੀਵਰਸਲ ਨਹੀਂ ਹੈਗੀਆਂ। ਤੇ ਇਹ ਜਿਹੜੀ ਧਰਮ ਦੀ ਵਿਆਖਿਆ ਇਹ ਯੂਨੀਵਰਸਲ ਹੈਗੀ ਹੈ। ਜਿਹੜੇ ਆਸਤਕ ਨੇ ਉਹਨਾਂ ਤੇ ਵੀ ਪੂਰੀ ਉਤਰਦੀ ਹੈ, ਨਾਸਤਕ ਤੇ ਵੀ ਪੂਰੀ ਉਤਰਦੀ ਹੈ। ਏਕੋ ਧਰਮ ਦ੍ਰਿੜ੍ਹੈ ਸੱਚ ਕੋਈ, ਸਚਿਆਰ ਹੋਣ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ। ਹਾਂਜੀ ਵੀਰ ਜੀ। ਤੇ ਆਪਾਂ ਫਿਰ ਮਜ਼ਹਬ ਨੂੰ ਕੀ ਕਵਾਂਗੇ? ਮਜ਼ਹਬ ਜਾਂ ਪੰਥ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਉਹ ਕੁਛ ਰਸਮਾਂ ਰਿਵਾਜਾਂ ਦੇ ਵਿੱਚ ਬੱਝਾ ਹੋਇਆ ਹੁੰਦਾ। ਹਾਂ, ਅੱਛਾ ਜੀ। ਬੰਦੇ ਦੀਆਂ ਬਣਾਈਆਂ ਹੋਈਆਂ ਰਸਮਾਂ ਨੇ, ਉਹਨਾਂ ਦੇ ਵਿੱਚੋਂ ਬੱਝਾ ਹੋਇਆ। ਜੇ ਤੁਸੀਂ ਉਹਨਾਂ ਨੂੰ ਬਾਹਰ ਨਿਕਲਣ ਤਾਂ ਤਕਲੀਫ ਹੁੰਦੀ ਹੈ, ਤੇ ਜੇ ਉਹਦੇ ਅੰਦਰ ਇੰਟਰਫੇਅਰ ਕਰਦੇ ਹੋ ਤਾਂ ਤਕਲੀਫ ਹੁੰਦੀ ਹੈ। ਮਜ਼ਹਬ ਜਿਹੜਾ ਦਾਇਰੇ ਵਿੱਚ ਬੱਝਾ ਹੋਇਆ, ਲੇਕਿਨ ਜਿਹੜਾ ਧਰਮ ਹੈ ਉਹ ਦਾਇਰੇ ਵਿੱਚ ਬੱਝਾ ਹੋਇਆ ਨਹੀਂ। ਜਿੱਡਾ ਵੱਡਾ ਯੂਨੀਵਰਸ ਹੈ ਨਾ, ਓਡਾ ਵੱਡਾ ਹੀ ਧਰਮ ਹੈ। ਮਜ਼ਹਬ ਦੇ ਵਿੱਚ ਤੁਹਾਨੂੰ ਸਿਰਫ ਇਹ ਕਿਹਾ ਜਾਂਦਾ ਹੈ ਰਿਲੀਜਨ ਦੇ ਵਿੱਚ ਕਿ ਤੁਸੀਂ ਦਾਨ ਕਰ ਲਓ, ਪੁੰਨ ਕਰ ਲਓ, ਨਰਕ ਸਵਰਗ ਦੀ ਗੱਲ ਕਰ ਲਈ, ਤੀਰਥਾਂ ਤੇ ਨਹਾ ਲਓ, ਜਾਂ ਤੁਸੀਂ ਇੰਨੀ ਕੁ ਸਮਾਧੀ ਲਾ ਲਓ, ਬਸ ਇੱਥੇ ਖਤਮ ਹੋ ਜਾਂਦਾ। ਤੇ ਜਿਹੜਾ ਧਰਮ ਹੈ ਉਹ ਵਿਸ਼ਾਲ ਹੈਗਾ। ਪੂਰਾ ਸੰਸਾਰ ਜਿਵੇਂ ਸਿਸਟਮ ਦੇ ਅੰਦਰ ਕੰਮ ਕਰ ਰਿਹਾ, ਤਾਂ ਉਵੇਂ ਅਸੀਂ ਵੀ ਪੂਰੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਪੂਰੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੀ ਧਰਮ। ਸੋ ਆਪਾਂ ਕਰਮ ਕਾਂਡ ਨੂੰ ਕਹਿ ਸਕਦੇ ਕਿ ਉਹ ਮਜ਼ਹਬ ਉਹੀ ਹੈ। ਹਾਂਜੀ, ਮਜ਼ਹਬ ਕਰਮ ਕਾਂਡ ਵਿੱਚ ਬੱਝਾ, ਲੇਕਿਨ ਧਰਮ ਜਿਹੜਾ ਉਹ ਸੱਚ ਦੇ ਰਾਹ ਤੇ ਤੁਰਦਾ। ਅਸੀਂ ਨਾ ਸਵੇਰੇ ਮੈਂ ਤੇ ਅਮਰੀਕ ਸਿੰਘ ਵੀਰ ਦੀ ਸੈਰ ਕਰਨ ਚਲੇ ਜਾਂਦੇ ਹਾਂ 5 ਕਿਲੋਮੀਟਰ, ਤੇ ਉੱਥੇ ਸਵੇਰੇ ਇੱਕ ਕੁੜੀ ਆਉਂਦੀ ਹੁੰਦੀ ਹੈ, ਉਹ ਵੀ ਕਈ ਵਾਰੀ ਰੇਸ ਲਾਉਂਦੀ ਹੁੰਦੀ ਹੈ। ਤੇ ਉਹਨੇ ਆਪਣੇ ਹੱਥ ਦੇ ਵਿੱਚ ਨਾ ਇੱਕ ਬੈਗ ਫੜਿਆ ਹੁੰਦਾ, ਤੇ ਨਾਲ ਉਹ ਡੰਡੀ ਜੀ ਫੜੀ, ਜਿਹੜੇ ਕਿਸੇ ਨੇ ਕੈਨ ਵਗੈਰਾ ਕੋਕ ਵਗੈਰਾ ਪੀ ਕੇ ਜਾਂ ਕੁਛ, ਤੇ ਉਹ ਨਾਲ ਉਹਨਾਂ ਨੂੰ ਵੀ ਪਾ ਕੇ ਚੁੱਕੀ ਜਾਂਦੀ ਹੈ। ਤੇ ਮੈਂ ਅਮਰੀਕ ਸਿੰਘ ਨੂੰ ਕਹਿ ਰਿਹਾ ਸੀ, ਮੈਂ ਵੀ ਇਹ ਧਰਮ ਹੈ, ਦੇਖੋ ਲੋਕ ਪਾ ਰਹੇ ਨੇ, ਇਹ ਨਾਲੇ ਰੇਸ ਦੌੜ ਕਰ ਰਹੀ, ਨਾਲੇ ਉਹ ਸਫਾਈ ਕਰ ਰਹੀ, ਉਹਦੀ ਕੋਈ ਤਨਖਾਹ ਨਹੀਂ ਲੈ ਰਹੀ, ਉਹ ਆਪਣੇ ਫਰਜ਼ ਨੂੰ ਨਿਭਾ ਰਹੀ ਹੈ। ਭਾਵੇਂ ਉਹ ਕਿਸੇ ਵੀ ਧਰਮ ਮਜ਼ਹਬ ਨਾਲ ਕੌਣ ਹੈ ਕੌਣ ਨਹੀਂ, ਉਹ ਇੱਕ ਵੱਖਰਾ ਟੌਪਿਕ, ਲੇਕਿਨ ਉਹ ਆਪਣੇ ਧਰਮ ਨੂੰ ਨਿਭਾ ਰਹੀ ਹੈ। ਐਵੇਂ ਹੁਣ ਤੁਸੀਂ ਜਾਂਦੇ ਹੋ ਇੱਥੋਂ ਗੁਰਦੁਆਰਿਓਂ ਲੰਗਰ ਪਾਣੀ ਛਕਿਆ, ਘੰਟਾ ਇੱਥੇ ਕੀਰਤਨ ਸੁਣਿਆ, ਤੇ ਜਾਂਦੇ ਆ ਉੱਥੋਂ ਟੌਫੀ ਲਈ, ਤੇ ਟੌਫੀ ਖਾ ਕੇ ਤੁਸੀਂ ਉਹ ਜਿਹੜੀ ਕਾਗਜ਼ ਜੇ ਬਾਹਰ ਸੁੱਟ ਕੇ ਗਲੀ 'ਚ, ਤੇ ਤੁਹਾਡਾ ਸਾਰਾ ਖਾਧਾ ਪੀਤਾ ਬੇਕਾਰ ਹੋ ਗਿਆ। ਭਾਜੀ ਲਾਸਟ ਵਨ, ਧਰਮ ਨੂੰ ਇੰਗਲਿਸ਼ 'ਚ ਕੀ ਕਵਾਂਗੇ ਫਿਰ ਭਲਾ? ਹਾਂਜੀ ਸੋ ਲਾਸਟ ਕੁਐਸਚਨ ਕਿ ਧਰਮ ਨੂੰ ਇੰਗਲਿਸ਼ ਵਿੱਚ ਕੀ ਕਵਾਂਗੇ ਆਪਾਂ? ਇੰਗਲਿਸ਼ ਵਿੱਚ ਧਰਮ ਵਾਸਤੇ ਵੈਸੇ ਤਾਂ ਸ਼ਬਦ ਰਿਲੀਜਨ ਹੀ ਵਰਤਿਆ ਜਾਂਦਾ ਹੈ, ਲੇਕਿਨ ਉਹ ਰਿਲੀਜਨ ਸ਼ਬਦ ਗੁਰੂ ਨਾਨਕ ਦੇਵ ਦੇ ਧਰਮ ਦੇ ਉੱਤੇ ਪੂਰਾ ਨਹੀਂ ਉਤਰਦਾ। ਉਹਦੇ ਵਾਸਤੇ ਹਾਲੇ ਵੱਖਰਾ ਕੋਈ ਇਹੋ ਜਿਹਾ ਸ਼ਬਦ ਮੈਨੂੰ ਤਾਂ ਘੱਟ ਤੋਂ ਘੱਟ ਨਹੀਂ ਪਤਾ ਕਿ ਮੈਂ ਉਹਦੇ ਵਾਸਤੇ ਕੀ ਕਵਾਂ। ਤੁਸੀਂ ਪੜ੍ਹੇ ਲਿਖੇ ਵੀਰ ਉਰਵਿਸ਼ ਦੀ ਤਰਲੋਚਨ ਸਿੰਘ ਜੀ ਨੇ, ਹੋਰ ਤਾਂ ਆਪਣੇ ਭੈਣ ਜੀ ਹੈਗੇ ਨੇ ਪੁਨੀਤ ਕੌਰ ਜੀ, ਜਾਂ ਹੋਰ ਤੁਹਾਡੇ ਵਿੱਚ ਪੜ੍ਹੇ ਲਿਖੇ ਵੀਰ ਨੇ, ਤਾਂ ਤੁਸੀਂ ਕੋਈ ਇਹੋ ਜਿਹਾ ਸ਼ਬਦ ਲੱਭ ਸਕਦੇ ਹੋ। ਥੈਂਕ ਯੂ। ਮਿਹਰਬਾਨੀ ਜੀ ਨਰਿੰਦਰ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਮੈਂ ਜਸਵਿੰਦਰ ਸਿੰਘ ਜੀ ਕੋਲ ਆਉਣਾ, 1 ਮਿੰਟ ਠਹਿਰੇ ਜੀ ਤੁਸੀਂ। ਮੈਂ ਹਰਦੀਪ ਭੋਗਲ ਦੇ ਕੋਲ ਆ ਜਾਣਾ ਜੀ ਪਹਿਲਾਂ, ਉਹਨਾਂ ਨੂੰ। ਹਾਂਜੀ ਹਰਦੀਪ ਭੋਗਲ ਜੀ। ਮੈਂ ਸਿਰਫ ਇਹ ਕਹਿਣਾ ਸੀ ਕਿ ਜਿਹੜਾ ਚੈਨਲ ਦਾ ਨਾਮ ਇੱਕ ਵਾਰ ਦੁਬਾਰਾ ਦੱਸ ਦੇਣਾ ਆਪਣਾ ਪਲੀਜ਼। ਸਿੱਖ ਜਗਤ, ਸਿੱਖ ਜਗਤ, SIKHJAGAT। ਮੈਂ ਸਰਚ ਕੀਤਾ, ਮੈਨੂੰ ਲੱਭਿਆ ਨਹੀਂ, ਮੈਂ ਫਿਰ ਦੁਬਾਰਾ ਟਰਾਈ ਕਰਦਾ। ਕੋਈ ਗੱਲ, ਥੈਂਕ ਯੂ ਜੀ। ਤੁਸੀਂ ਜਦੋਂ ਉਹਦੇ ਤੇ ਜਾਓਗੇ ਨਾ, ਆਪਣਾ ਕਿਹੜੀ ਮੈਂ ਟੈਪ ਕਰੀ ਸੀ, ਟੈਲੀਗ੍ਰਾਮ ਤੇ ਮੈਂ ਟੈਲੀਗ੍ਰਾਮ ਤੇ ਮੈਂ ਹੈਗਾ। ਹਾਂਜੀ, ਉਹਦੇ ਉੱਤੇ ਜਿਹੜਾ ਸਰਚ ਵਾਲਾ ਆਪਸ਼ਨ ਹੈ, ਉਹਦੇ ਵਿੱਚ ਸਿੱਖ ਜਗਤ ਪਾਓ ਤੇ ਉਹ ਚੈਨਲ ਆ ਜਾਏਗਾ। ਦੁਬਾਰਾ ਟਰਾਈ ਕਰਦਾ, ਥੈਂਕ ਯੂ ਜੀ। ਹਾਂਜੀ, ਤੇ ਜੇ ਮਤਲਬ ਗੂਗਲ ਦੇ ਉੱਤੇ sikhjagat.com ਪਾਓਗੇ ਤੇ ਉਹ ਮੇਰੀ ਆਪਣੀ ਸਾਈਟ ਹੈਗੀ, ਉੱਥੇ ਮੇਰੇ ਆਰਟੀਕਲ ਵਗੈਰਾ ਪੜ੍ਹਨੇ ਹੋਣ ਤੇ ਪੜ੍ਹ ਸਕਦੇ ਹੋ। sikhjagat.com ਇਹ ਮੇਰੀ ਆਪਣੀ ਸਾਈਟ ਹੈਗੀ ਹੈ, ਤੇ ਸਿੱਖ ਜਗਤ ਤੇ ਚੈਨਲ ਇਹ ਹੈਗਾ ਆਪਣਾ ਤੇ ਟੈਲੀਗ੍ਰਾਮ ਤੇ, ਔਰ ਸਿੱਖ ਜਗਤ ਚੈਨਲ ਮੇਰਾ YouTube ਤੇ ਵੀ ਹੈਗਾ, ਉੱਥੇ ਵੀ ਤੁਸੀਂ ਜਾ ਸਕਦੇ। ਧੰਨਵਾਦ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ ਭੋਗਲ ਸਾਹਿਬ। ਤੇ ਹੁਣ ਮੈਂ ਜਸਵਿੰਦਰ ਸਿੰਘ ਜੀ ਕੋਲ, ਕੈਨੇਡਾ ਵਾਲੇ, ਸਰੀ ਵਾਲੇ, ਉਹਨਾਂ ਦੇ ਕੋਲ ਆਉਣਾ ਜੀ। ਜਸਵਿੰਦਰ ਸਿੰਘ ਜੀ ਤੁਸੀਂ ਗੱਲ ਕਰੋ ਜੀ। ਤਾਂ ਮੈਂ ਬਾਕੀਆਂ ਨੂੰ ਬੇਨਤੀ ਕਰਦਾ, ਜੇ ਕਿਸੇ ਨੇ ਹੋਰ ਨੇ ਅਨਮਿਊਟ ਹੋਣਾ ਤਾਂ ਹੁਣੇ ਹੋ ਜਾਓ ਜੀ, ਉਹਦੇ ਬਾਅਦ ਦੇ ਵਿੱਚ ਆਪਾਂ ਸਮਾਪਤੀ ਵੱਲ ਨੂੰ ਵਧਣਾ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ। ਭਾਈ ਸਾਹਿਬ, ਆਪ ਨੇ 2 ਬਾਕਸ ਟੈਲੀਗ੍ਰਾਮ ਰਾਹੀਂ ਭੇਜੀਆਂ, ਬਹੁਤ ਬਹੁਤ ਧੰਨਵਾਦ ਆਪਦਾ। ਤੇ ਦੂਜੀ ਗੱਲ, ਆਪ ਨੇ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਹੈ। ਤੇ ਇੱਕ ਸ਼ਬਦ ਜਿਹਾ ਮੰਨੇ ਪਰਵਾਰੇ ਸਾਧਾ ਜਾਂ ਸਾਧਾਰਿਆ, ਉਹਦੇ ਥੋੜੀ ਔਂਕੜ ਲੱਗਾ ਹੋਇਆ ਆ। ਹਾਂਜੀ, ਉਹ ਆਸਰਾ ਦੇਣਾ ਹੁੰਦਾ ਨਾ, ਇੱਕ ਆਸਰਾ ਪਰਿਵਾਰ ਨੂੰ ਆਸਰਾ ਦਿੰਦਾ ਹੈ, ਤੇ ਜੇ ਔਂਕੜ ਨਾ ਹੋਏ ਫਿਰ ਆਸਰੇ ਹੋ ਜਾਏਗਾ ਬਹੁਤੇ। ਤੇ ਆਸਰਾ ਇੱਕ ਹੀ ਹੁੰਦਾ ਨਾ, ਮੰਨੇ ਪਰਵਾਰੇ ਸਾਧਾਰ,
ਉਹ ਆਪਣੇ ਪਰਿਵਾਰ ਨੂੰ ਵੀ ਆਸਰੇ ਸਹਿਤ ਕਰਦਾ ਹੈ। ਆਪਣੇ ਪਰਿਵਾਰ ਨੂੰ, ਜਿਹੜੇ ਸੱਜਣ ਮਿੱਤਰ ਨੇ, ਰਿਸ਼ਤੇਦਾਰ ਨੇ, ਜਾਂ ਸਾਡੇ ਜੋਬ ਸੈਂਟਰ ਜਿੱਥੇ ਵੀ ਅਸੀਂ ਜਾਂਦੇ ਹਾਂ, ਸਾਡਾ ਇੱਕ ਵੱਡਾ ਪਰਿਵਾਰ ਹੀ ਹੈ ਸੰਸਾਰ, ਉਹ ਇਹਨਾਂ ਨੂੰ ਉਹ ਸੱਚ ਦਾ ਆਸਰਾ ਦਿੰਦਾ ਕਿ ਤੁਸੀਂ ਸੱਚ ਦੇ ਨਾਲ ਜੁੜੋ। ਠੀਕ ਹੈ, ਵੀ ਪ੍ਰਮਾਤਮਾ ਨੂੰ ਮੰਨਣ ਕਰਕੇ ਉਹਨਾਂ ਨੂੰ ਆਸਰਾ ਦਿੰਦਾ, ਰਾਈਟ? ਹਾਂਜੀ, ਕਿਉਂਕਿ ਜਦੋਂ ਤੁਸੀਂ ਮੰਨੋਗੇ, ਮੰਨਣ ਦਾ ਮਤਲਬ ਹੈਗਾ ਵੀ ਅਮਲ ਕਰਨਾ ਇਹਨਾਂ ਗੁਣਾਂ ਦੇ ਉੱਤੇ, ਸੱਚ ਤੇ ਅਮਲ ਕਰਨਾ, ਪ੍ਰੇਮ ਤੇ, ਨਿਰਭੈਤਾ ਤੇ, ਨਿਰਵੈਰਤਾ ਤੇ। ਤੇ ਫਿਰ ਜਿਹੜੇ ਲੋਕ ਸੱਚ ਤੋਂ, ਦਇਆ ਤੋਂ ਦੂਰ ਨੇ, ਉਹਨਾਂ ਨੂੰ ਵੀ ਉਹ ਇਹ ਦਿੰਦਾ ਹੈ ਵੀ ਮਤਲਬ ਤੁਸੀਂ ਇਹ ਕੰਮ ਕਰੋ, ਤੇ ਨਾਲ ਉਹਨਾਂ ਨੂੰ ਵਿਕਾਰੀਆਂ ਨੂੰ ਵੀ ਸਹਾਰਾ ਦਿੰਦਾ ਹੈ ਕਿ ਉਹ ਵਿਕਾਰਾਂ ਤੋਂ ਬਾਹਰ ਆ ਜਾਣ। ਜਿਵੇਂ ਹੁਣ ਮੈਂ ਤੇ ਤੁਸੀਂ ਨਦੀ ਦੇ ਵਿੱਚ ਇਕੱਠੇ ਡਿੱਗ ਗਏ, ਅਸੀਂ ਡੁੱਬ ਰਹੇ ਹਾਂ, ਤੁਸੀਂ ਨਿਕਲ ਗਏ ਬਾਹਰ, ਤੇ ਤੁਸੀਂ ਫਿਰ ਮੈਨੂੰ ਵੀ ਸਹਾਰਾ ਦਓਗੇ ਵੀ ਆ ਲਓ ਭਾਈ ਜੀ, ਆ ਬਾਂਹ ਫੜੋ ਜਾਂ ਕੱਪੜਾ ਫੜੋ ਤੇ ਬਾਹਰ, ਮਤਲਬ ਉਹਨਾਂ ਨੂੰ ਵੀ ਬਾਹਰ ਕੱਢੇਗਾ ਵਿਕਾਰਾਂ ਤੋਂ, ਇਹਨੂੰ ਸਹਾਰਾ। ਹਾਂਜੀ, ਦੂਜੀ ਪੰਕਤੀ ਵਿੱਚ ਆ ਜੀ, ਮੰਨੇ ਧਰੈ ਤਾਰੇ ਗੁਰਸਿੱਖ। ਕਈ ਥਾਂ ਤੇ ਜਿਹੜਾ ਗੁਰਸਿੱਖ ਇਕੱਠਾ ਜਿਹੜਾ ਵਰਡ ਹੈ, ਤੇ ਦੋ ਵੱਖੋ ਵੱਖ ਰੂਪ ਦੇ ਵਿੱਚ ਜੀ ਗੁਰਸਿੱਖ ਸ਼ਬਦ ਨਾ ਗੁਰਬਾਣੀ ਦੇ ਵਿੱਚ 4 ਤਰ੍ਹਾਂ ਲਿਖਿਆ ਹੋਇਆ ਤੁਹਾਨੂੰ ਮਿਲੇਗਾ। ਇੱਕ ਮਿਲੇਗਾ ਗੁਰ ਦੇ ਰਾਰੇ ਥੱਲੇ ਔਂਕੜ ਔਰ ਸਿੱਖ ਦੇ ਖੱਖੇ ਥੱਲੇ ਔਂਕੜ। ਹਾਂਜੀ, ਜਿੱਥੇ ਗੁਰ ਦੇ ਰਾਰੇ ਥੱਲੇ ਔਂਕੜ ਹੋਏ ਉੱਥੇ ਗੁਰ ਨੂੰ ਵੱਖਰਾ ਪੜਨਾ ਹੈ, ਗੁਰ ਸਿੱਖ। ਜਿੱਥੇ ਸਿੱਖ ਦੇ ਖੱਖੇ ਥੱਲੇ ਔਂਕੜ ਹੋਏਗਾ, ਉਹਦਾ ਮਤਲਬ ਇੱਕ ਗੁਰੂ ਤੇ ਇੱਕ ਸਿੱਖ, ਇਹ ਸਿੰਗੂਲਰ ਸ਼ਬਦ ਹੋਣਗੇ ਦੋਵੇਂ। ਜਿੱਥੇ ਗੁਰ ਦੇ ਦੂਜਾ ਸਪੈਲਿੰਗ ਹੋਏਗੀ, ਗੁਰ ਦੇ ਰਾਰੇ ਥੱਲੇ ਔਂਕੜ ਔਰ ਸਿੱਖ ਦਾ ਖੱਖਾ ਮੁਕਤਾ, ਉੱਥੇ ਵੀ ਅਸੀਂ ਵੱਖਰਾ ਵੱਖਰਾ ਪੜਾਂਗੇ। ਗੁਰ ਦਾ ਮਤਲਬ ਸਿੰਗੂਲਰ, ਸਿੱਖ ਦਾ ਮਤਲਬ ਪਲੂਰਲ, ਇੱਕ ਗੁਰੂ ਔਰ ਬਹੁਤੇ ਸਿੱਖ। ਤੀਜੀ ਸਪੈਲਿੰਗ ਇਹ ਹੋਏਗੀ, ਗੁਰ ਦਾ ਰਾਰਾ ਮੁਕਤਾ ਹੋਏਗਾ, ਸਿੱਖ ਦੇ ਖੱਖੇ ਥੱਲੇ ਔਂਕੜ ਹੋਏਗੀ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ, ਉਹਦਾ ਮਤਲਬ ਗੁਰੂ ਦਾ ਇੱਕ ਸਿੱਖ। ਤੇ ਜਿੱਥੇ ਗੁਰ ਦਾ ਰਾਰਾ ਵੀ ਮੁਕਤਾ ਹੋਵੇ ਔਰ ਸਿੱਖ ਦਾ ਖੱਖਾ ਵੀ ਮੁਕਤਾ ਹੋਵੇ, ਚੌਥੀ ਸਪੈਲਿੰਗ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ, ਤੇ ਉਹਦਾ ਮੀਨਿੰਗ ਹੋ ਜਾਏਗਾ ਗੁਰੂ ਦੇ ਸਿੱਖ। ਤੇ ਕਈ ਥਾਵਾਂ ਤੇ ਸਿੱਖ ਸ਼ਬਦ ਫੀਮੇਲ ਜੈਂਡਰ ਹੋਏਗਾ, ਜਿਵੇਂ ਇਸ ਸ਼ਬਦ ਦੇ ਵਿੱਚ ਮੰਨੈ ਧਰੈ ਤਾਰੇ ਗੁਰਸਿੱਖ, ਤੇ ਸਿੱਖ ਸ਼ਬਦ ਫੀਮੇਲ ਜੈਂਡਰ ਹੈ। ਕਿਸੇ ਨਾਉਨ ਨੂੰ ਫੀਮੇਲ ਬਣਾਉਣ ਵਾਸਤੇ ਨਾ ਇਹਨੂੰ ਮੇਲ ਜੈਂਡਰ ਨੂੰ ਫੀਮੇਲ ਬਣਾਉਣ ਲਈ ਵੀ ਉਹਦਾ ਔਂਕੜ ਹਟਾਇਆ ਜਾਂਦਾ ਹੈ। ਇਹ ਮੈਂ ਗਰੁੱਪ ਦੇ ਵਿੱਚ ਪਾਉਂਦਾ ਰਵਾਂਗਾ ਇਹ ਵਿਆਕਰਨ ਦੇ ਨੇਮ। ਠੀਕ ਹੈ, ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ ਜਸਵਿੰਦਰ ਸਿੰਘ ਜੀ। ਤੇ ਲਾਸਟ ਵਿੱਚ ਸਾਡੇ ਨਾਲ ਹੈਗੇ ਜੀ ਕੁਲਦੀਪ ਕੌਰ। ਕੁਲਦੀਪ ਕੌਰ ਜੀ। ਗਿਆਨੀ ਜੀ। ਹਾਂਜੀ ਭੈਣ। ਇਸ ਜਗਤ ਦੇ ਸਪੈਲਿੰਗ ਕੀ ਕੀਤਾ, ਆ ਨਹੀਂ ਰਿਹਾ ਟੈਲੀਗ੍ਰਾਮ ਤੇ? JAGAT। ਚੈਨਲ ਤੇ ਕੀ ਪਾਏ ਤੁਸੀਂ? ਸਿੱਖ ਜਗਤ ਨਾ, ਚੈਨਲ ਨਹੀਂ ਪਾਣਾ, ਸਿਰਫ ਸਿੱਖ ਜਗਤ ਪਾਓ ਤੁਸੀਂ ਟੈਲੀਗ੍ਰਾਮ ਤੇ ਨਾ, SIKHJAGAT ਇਕੱਠਾ ਹੀ ਲਿਖਣਾ ਹੈ। ਉਹ ਇਕੱਠਾ ਹੈ, ਹਾਂ। ਅੱਛਾ, ਤੇ ਸਮਾਲ ਲੈਟਰ ਹੈ ਜੀ ਜਾਂ ਮੈਟਰ ਨਹੀਂ ਕਰਦਾ ਹੈ? ਨਹੀਂ, ਉਹ ਕੋਈ ਹਾਂਜੀ, ਛੋਟੇ ਲੈਟਰ। ਹਾਂਜੀ, ਠੀਕ ਹੈ ਜੀ, ਆ ਗਿਆ ਨਾ। ਹਾਂਜੀ, ਆ ਜਾਏਗਾ, ਛੋਟੇ ਲੈਟਰ ਪਾਓਗੇ ਸਾਰੇ ਆ ਜਾਏਗਾ। ਤੇ ਸੌਰੀ ਜੀ, ਅੱਜ ਥੋੜਾ ਵਿੱਚ ਡਿਸਟਰਬੈਂਸ ਹੋਈ, ਕਿਉਂਕਿ ਉਹ ਇੱਥੇ ਨਾ ਗੁਰਦੁਆਰਾ ਸਾਹਿਬ ਹੁਣ ਖੁੱਲਣ ਕਰਕੇ ਤੇ ਲਾ ਰਹੇ ਸੀ ਉੱਤੇ ਮੋਮ ਜਾਮੇ ਦਾ ਕਾਗਜ਼ ਆ ਸੰਗਤ ਦੇ ਬਹਿਣ ਲਈ, ਉਹਦੀ ਫਿਰ ਆਵਾਜ਼ ਹੁੰਦੀ ਸੀ, ਇਸ ਕਰਕੇ ਵਿੱਚ ਥੋੜੀ ਡਿਸਟਰਬੈਂਸ ਹੋਈ। ਤੇ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਕੰਮ ਬੰਦ ਕਰ ਲਿਆ, ਪਰ ਸਾਡੀ ਕਲਾਸ ਬੰਦ ਨਹੀਂ ਕਰਾਈ। ਬਿਲਕੁਲ ਜੀ, ਧੰਨਵਾਦ, ਤੁਸੀਂ ਨਾਲ ਜੁੜੇ ਰਹੇ। ਥੈਂਕ ਯੂ ਸੋ ਮਚ। ਤੁਹਾਡਾ ਵੀ ਧੰਨਵਾਦ ਜੀ। ਅਸੀਂ ਇੱਥੇ ਸਮਾਪਤੀ ਕਰਦੇ ਹਾਂ ਜੀ, ਕਿਉਂਕਿ ਹੁਣ 3:30 ਵਜੇ ਦਾ ਟਾਈਮ ਦਿੱਤਾ ਸੀ, ਉਹਨਾਂ 3:30 ਵਜੇ ਸਮਾਪਤੀ ਹੈ। ਤੇ ਸਾਡੇ ਨਾਲ ਹੈ ਵੀ ਨਹੀਂ ਹੋਰ ਕੋਈ ਕੁਐਸਚਨ ਪੁੱਛਣ ਵਾਸਤੇ। ਨਹੀਂ, ਜੇ ਕੋਈ ਹੈ ਕੁਐਸਚਨ ਤਾਂ ਪੁੱਛ ਸਕਦਾ, ਕੋਈ ਛੋਟਾ ਮੋਟਾ ਹੈ ਨਹੀਂ ਜੀ। ਹੁਣ ਕਿਸੇ ਨੇ ਅਨਮਿਊਟ ਨਹੀਂ ਹੋਏ, ਇਸ ਕਰਕੇ ਆਪਾਂ ਠੀਕ ਇੱਥੇ ਸਮਾਪਤੀ ਕਰਦੇ ਹਾਂ ਜੀ। ਅੱਜ ਹੈਗਾ ਸ਼ਨੀਚਰਵਾਰ, ਤੇ ਆਪਾਂ ਸੋਮਵਾਰ ਨੂੰ ਮੁੜ ਕੇ ਆਉਣਾ ਜੀ 2 ਵਜੇ ਇੱਥੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਜਿੱਥੋਂ ਇੱਕ ਸਕਿੰਟ ਜੀ, ਸਾਡੇ ਨਾਲ ਮੇਰਾ ਖਿਆਲ ਪੁਨੀਤ ਕੌਰ ਜੀ, ਤੁਸੀਂ ਕੁਝ ਪੁੱਛਣਾ? ਪੁਨੀਤ ਕੌਰ ਜੀ, ਹਾਂਜੀ। ਨਹੀਂ, ਉਹ ਮਿਊਟ ਹੋ ਗਿਆ ਫਿਰ ਮੁੜ ਕੇ। ਚਲੋ ਕੋਈ ਗੱਲ ਨਹੀਂ ਭੈਣ, ਜੇ ਕੁਝ ਕਹਿਣਾ ਹੈ ਤਾਂ ਪੁਨੀਤ ਕੌਰ ਭੈਣ ਅਨਮਿਊਟ ਹੋ ਜਾਓ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਭੈਣ ਮੇਰੀ। ਹਾਂਜੀ, ਨਹੀਂ ਵਿੱਚ ਕਹਿਣਾ ਕੀ ਹੈ, ਤੁਸੀਂ ਪੁੱਛ ਰਹੇ ਸੀਗੇ ਕਿ ਧਰਮ ਦਾ ਇੰਗਲਿਸ਼ ਵਿੱਚ ਹੋਰ ਇੱਕ ਤੇ ਰਿਲੀਜਨ ਆ ਗਿਆ, ਇੱਕ ਜਿਹੜੀ ਅਸੀਂ ਡੈਫੀਨੇਸ਼ਨ ਪੜ੍ਹੀ, ਆਈ ਮੀਨ ਅਸੀਂ ਇਨ ਦ ਸੈਂਸ ਕਿ ਕਿਤੇ ਬੁੱਕਸ ਪੜ੍ਹਦੇ ਆ, ਇੱਕ ਬਹੁਤ ਅੱਛਾ ਵਰਡ ਲੱਗਿਆ ਸੀ, ਇਟਸ ਰਾਈਟੀਅਸਨੈਸ, path of righteousness, the path which is always right। ਤੇ ਚਲੋ ਭੈਣ, ਮੈਨੂੰ ਤੇ ਦਾ ਨਹੀਂ ਪਤਾ ਲੱਗਾ, ਤੇ ਬਾਕੀ ਜਿਹੜੇ ਇੰਗਲਿਸ਼ ਪੜ੍ਹੇ ਨੇ ਉਹ ਤੁਸੀਂ ਡਿਸਕਸ ਕਰ ਲਓ ਆਪਸ ਵਿੱਚ। ਠੀਕ ਹੈ, ਠੀਕ ਹੈ, ਧੰਨਵਾਦ। ਹਾਂਜੀ, ਸ਼ਾਇਦ ਜਿਨ੍ਹਾਂ ਨੇ ਪੁੱਛਿਆ ਸੀਗਾ, ਤੇ ਮੈਂ ਬਿਕਾਜ਼ ਪਤਾ ਤੇ ਸੀ, ਬਟ ਮੈਂ ਇਹ ਦੇਖ ਰਹੀ ਸੀ ਕਿ ਐਨੀ ਅਦਰ ਵਰਡ ਵਿਚ ਸੂਟਸ, ਬਟ ਹਮੇਸ਼ਾ ਸਹੀ ਹੋਣ ਦਾ ਰਸਤਾ, that is ਧਰਮ।
ਹਾਂਜੀ ਫਰਜ਼ਾਂ ਨੂੰ ਉਹਦਾ ਨਾ ਸਪੈਲਿੰਗ ਮਤਲਬ ਡੈਫੀਨੇਸ਼ਨ ਇਹ ਹੋਏਗੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਹਾਂ ਧਰਮ। ਹਾਂ ਹਾਂ ਰਾਈਟੀਅਸਨੈਸ ਉਹਦੀ ਸਾਂਝ, ਠੀਕ ਹੈ ਜੀ, ਉਹਦੀ ਟ੍ਰਾਂਸਲੇਸ਼ਨ ਬਿਲਕੁਲ ਸਹੀ ਕੀਤੀ ਹੈ ਜੀ ਪ੍ਰੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਜਿੱਦਾਂ ਕਹਿ ਰਿਹਾ ਸੀਗਾ ਜੀ, ਅੱਜ ਹੈਗਾ ਸ਼ਨੀਚਰਵਾਰ, ਸੋਮਵਾਰ ਨੂੰ ਅਸੀਂ 2 ਵਜੇ ਮੁੜ ਕੇ ਫੇਰ ਆਵਾਂਗੇ ਇਸੇ ਚੈਨਲ ਤੇ ਕੱਲ ਨੂੰ ਹੈਗੀ ਛੁੱਟੀ। ਤੇ ਹੈਵ ਅ ਗੁੱਡ ਡੇ ਟੁਮਾਰੋ ਐਂਡ ਟੁਡੇ ਰੈਸਟ ਆਫ ਦ ਡੇ। ਕਹਿੰਦੇ ਹੁਰੇ। ਹਾਂਜੀ ਆਈ ਸੈਡ ਹੁਰੇ, ਕੱਲ ਛੁੱਟੀ ਹੈ। ਹਾਂਜੀ ਹੁਰੇ, ਚਲੋ ਠੀਕ ਹੈ ਜੀ, ਹੁਰੇ ਛੁੱਟੀ ਹੈ ਜੀ। ਤੇ ਆਪਾਂ 2 ਵਜੇ ਮੁੜ ਕੇ ਆਵਾਂਗੇ ਜੀ ਮੰਡੇ ਨੂੰ, ਤੇ ਉਸ ਟਾਈਮ ਤਾਈਂ ਆਪਾਂ ਨੂੰ ਸਾਰੇ ਛੁੱਟੀਆਂ ਲੈ ਲਈਏ ਇੱਕ ਦੂਜੇ ਤੋਂ, ਤੇ ਹੱਸਦੇ ਖੇਲਦੇ ਮੁੜ ਕੇ ਆਇਓ ਜੀ ਸੋਮਵਾਰ ਨੂੰ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।